ਵੈਲਕਮ ਟੂ ਦਾ ਚੈਨਲ ਸਟੂਡੈਂਟਸ। ਤੋਂ ਅੱਜ ਤੋਂ ਆਪਾਂ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਸਾਰੇ ਐਗਜ਼ਾਮਸ ਦੇ ਲਈ ਜਿੰਨੇ ਵੀ ਇੰਪੋਰਟੈਂਟ MCQs ਬਣ ਸਕਦੇ ਹਨ ਉਹਨਾਂ ਦੀ ਇੱਕ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਜੋ ਕਿ ਆਪਣੇ ਸਾਰੇ ਹੀ ਪੇਪਰਾਂ ਦੇ ਵਿੱਚ ਬਹੁਤ ਹੀ ਯੂਸਫੁਲ ਰਹਿਣ ਵਾਲੀ ਹੈ। ਠੀਕ ਹੈ, ਇਹਨਾਂ ਵਿੱਚ ਆਪਾਂ ਜੀਕੇ ਦੀਆਂ ਬਹੁਤ ਹੀ ਇੰਪੋਰਟੈਂਟ ਪ੍ਰੋਬਲਮਸ ਨੂੰ ਐਕਸਪਲੇਨ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਉਹਨਾਂ ਦੇ ਨਾਲ ਜੋ ਵੀ ਰਿਲੇਟਡ ਇਨਫੋਰਮੇਸ਼ਨ ਹੈ ਉਹ ਸਾਰੀ ਸ਼ੇਅਰ ਕੀਤੀ ਜਾਊਗੀ। ਸੋ ਇਹ ਪੂਰੀ ਸੀਰੀਜ਼ ਵੀ ਤੁਸੀਂ ਜ਼ਰੂਰ ਦੇਖਣੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਦੀ ਨਾਲ ਇਹਨਾਂ ਦੇ ਨਾਲ ਰਿਲੇਟਡ ਕੋਈ ਵੀ ਫਾਈਲ ਹੋਊਗੀ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਆਪਣੇ YouTube ਵੀਡੀਓ ਦੇ ਵਿੱਚ ਵੀ ਤੇ ਨਾਲ ਦੀ ਨਾਲ ਹੀ ਉਹ ਫਾਈਲਸ ਤੁਹਾਨੂੰ ਸਾਰੀਆਂ ਦੀਆਂ ਸਾਰੀਆਂ ਹੀ ਇਹ ਟੈਲੀਗ੍ਰਾਮ ਤੇ ਵੀ ਨਾਲ ਦੀ ਨਾਲ ਅਵੇਲੇਬਲ ਹੋਣਗੀਆਂ। ਸੋ ਇਸ ਕਰਕੇ ਉੱਥੇ ਵੀ ਜੁਆਇਨ ਕਰ ਲਿਓ। ਤਾਂ ਹੁਣ ਆਪਾਂ ਇਸ ਸੀਰੀਜ਼ ਨੂੰ ਅੱਜ ਤੋਂ ਸ਼ੁਰੂ ਕਰਦੇ ਹਾਂ। ਇਹ ਸਾਰੇ ਐਗਜ਼ਾਮਸ ਲਈ ਬਹੁਤ ਇੰਪੋਰਟੈਂਟ ਹੈ। ਤੁਹਾਡਾ ਕੋਈ ਵੀ ਪੰਜਾਬ ਦੀ ਸਟੇਟ ਦਾ ਪੇਪਰ ਹੈ ਤੇ ਉਹਦੇ ਲਈ ਇਹ ਤੁਸੀਂ ਵੀਡੀਓਜ਼ ਦੀ ਸੀਰੀਜ਼ ਨੂੰ ਜ਼ਰੂਰ ਧਿਆਨ ਨਾਲ ਸੁਣਨਾ ਹੈ। ਠੀਕ ਹੈ, ਤੇ ਆਪਣੀ ਸਭ ਤੋਂ ਪਹਿਲੀ ਪ੍ਰੋਬਲਮ ਹੈ ਕਿ ਇਹ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਆਨਸਰ ਇਹਦਾ ਆਉਂਦਾ ਹੀ ਹੋਊਗਾ ਵੀ ਵੇਅਰ ਡਿਡ ਗੁਰੂ ਨਾਨਕ ਦੇਵ ਫਾਈਨਲੀ ਸੈਟਲ ਡਾਊਨ। ਠੀਕ ਹੈ, ਗੁਰੂ ਨਾਨਕ ਦੇਵ ਜੀ ਆਪਣੇ ਜੀਵਨ ਦੇ ਅੰਤ ਦੇ ਵਿੱਚ ਕਿਹੜੀ ਜਗ੍ਹਾ ਜਾ ਕੇ ਸੈਟਲ ਡਾਊਨ ਹੋ ਗਏ ਸੀਗੇ। ਦੈਟ ਇਜ਼ ਡੀ ਆਪਸ਼ਨ ਇਹਦਾ ਸਹੀ ਆ ਵੀ ਇਨ ਦੀ ਕਰਤਾਰਪੁਰ। ਠੀਕ ਹੈ, ਜਿੱਥੇ ਹੁਣੇ ਪਿੱਛੇ ਜੇ ਆਪਾਂ ਕਰਤਾਰਪੁਰ ਦੇ ਗੁਰਦੁਆਰੇ ਤੱਕ ਜਾਣ ਦੇ ਲਈ ਪੰਜਾਬ ਦੇ ਵਿੱਚੋਂ ਰਸਤਾ ਵੀ ਬਣਾਇਆ ਗਿਆ ਸੀਗਾ। ਠੀਕ ਆ, ਬਹੁਤ ਹੀ ਮਸ਼ਹੂਰ ਰਿਹਾ ਇਹ ਤੇ ਉੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਜਿਹੜਾ ਐਂਡ ਵਾਲਾ ਸਮੇਂ ਸੀਗਾ ਉੱਥੇ ਹੀ ਬਿਤਾਇਆ ਸੀਗਾ। ਠੀਕ ਹੈ, ਤੇ ਇਹ ਅੱਜ ਦੇ ਦੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਹੈ। ਠੀਕ ਹੈ, ਤੇ ਕਰਤਾਰਪੁਰ ਦੇ ਵਿੱਚ ਉਹ ਫਾਈਨਲੀ ਜਾ ਕੇ ਉਹਨਾਂ ਨੇ ਉੱਥੇ ਹੀ ਨਿਵਾਸ ਕੀਤਾ ਸੀਗਾ। ਠੀਕ ਹੈ, ਅੱਗੇ ਚੱਲਦੇ ਹਾਂ ਵੀ ਸੈਕੰਡ ਪ੍ਰੋਬਲਮ ਤੇ। ਸੈਕੰਡ ਪ੍ਰੋਬਲਮ ਇੰਪੋਰਟੈਂਟ ਆ ਵੀ ਕਹਿੰਦੇ ਕਿ ਵੈਨ ਵਾਜ਼ ਗੁਰੂ ਤੇਗ ਬਹਾਦਰ ਐਗਜ਼ੀਕਿਊਟਡ। ਠੀਕ ਹੈ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਦੋਂ ਹੋਈ ਸੀਗੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵੀ ਤੁਸੀਂ ਸਾਰਿਆਂ ਨੇ ਯਾਦ ਰੱਖ ਲੈਣਾ 1675 ਈਸਵੀ ਦੇ ਵਿੱਚ ਦਿੱਲੀ ਦੇ ਵਿੱਚ ਹੋਈ ਸੀਗੀ। ਠੀਕ ਹੈ, ਦਿੱਲੀ ਦੇ ਵਿੱਚ ਉਸ ਸਮੇਂ ਵੀ ਜਿਹੜਾ ਕਿ ਔਰੰਗਜ਼ੇਬ ਦਾ ਰਾਜ ਹੁੰਦਾ ਸੀਗਾ, ਔਰੰਗਜ਼ੇਬ ਦੇ ਹੁਕਮ ਤੇ ਹੀ ਗੁਰੂ ਜੀ ਦੀ ਸ਼ਹੀਦੀ ਕੀਤੀ ਗਈ ਸੀਗੀ। ਤੇ ਗੁਰੂ ਜੀ ਦਾ ਜਨਮ ਜਿਹੜਾ ਹੋਇਆ ਸੀ ਉਹ ਵੀ ਤੁਸੀਂ ਯਾਦ ਰੱਖ ਸਕਦੇ ਆ ਕਿ 1621 ਦੇ ਵਿੱਚ ਹੋਇਆ ਸੀ। ਠੀਕ ਹੈ, 1621 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੀ ਆਪਣੇ 6th ਗੁਰੂ ਜਿਹੜੇ ਸੀਗੇ ਵੀ ਸ਼੍ਰੀ ਗੁਰੂ ਹਰਗੋਬਿੰਦ ਜੀ ਉਹਨਾਂ ਦੇ ਸਭ ਤੋਂ ਛੋਟੇ ਪੁੱਤਰ ਸੀਗੇ। ਠੀਕ ਹੈ, ਇਹ ਵੀ ਗੱਲਾਂ ਤੁਸੀਂ ਨਾਲ ਦੀ ਨਾਲ ਯਾਦ ਰੱਖ ਸਕਦੇ ਆ। ਤੇ ਵੈਸੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਕਿੰਨਵੇਂ ਗੁਰੂ ਸੀਗੇ ਵੀ 8th ਗੁਰੂ ਸੀਗੇ। ਠੀਕ ਹੈ, ਤੇ ਦਿੱਲੀ ਦੇ ਵਿੱਚ ਜਿੱਥੇ ਇਹਨਾਂ ਦੀ ਸ਼ਹੀਦੀ ਹੋਈ ਸੀਗੀ ਉੱਥੇ ਜੀ ਗੁਰਦੁਆਰਾ ਸੀਸਗੰਜ ਸਾਹਿਬ ਤੇ ਗੁਰਦੁਆਰਾ ਰਕਾਬਗੰਜ ਸਾਹਿਬ ਉੱਥੇ ਬਣਾਇਆ ਗਿਆ ਹੈ। ਠੀਕ ਹੈ, ਇਹ ਤੁਸੀਂ ਸਾਰੀਆਂ ਗੱਲਾਂ ਯਾਦ ਰੱਖ ਸਕਦੇ ਇਹਨਾਂ ਦੇ ਬਾਰੇ। ਠੀਕ ਹੈ, ਅੱਗੇ ਚੱਲਦੇ ਹਾਂ ਵੀ ਥਰਡ ਕੁਐਸਚਨ ਸੇ। ਸੋ ਇਹਦਾ ਆਨਸਰ ਆਪਣਾ ਬੀ ਬਣ ਜਾਣਾ ਵੀ 1675। ਠੀਕ ਹੈ, ਥਰਡ ਕੁਐਸਚਨ ਆ ਕੇ ਕਹਿੰਦਾ ਕਿ ਆਈਡੈਂਟੀਫਾਈ ਦਾ ਲੀਡਰ ਆਫ ਦੀ ਦਲ ਖਾਲਸਾ। ਠੀਕ ਹੈ, ਦਲ ਖਾਲਸਾ ਦਾ ਲੀਡਰ ਇਹਨਾਂ ਦੇ ਵਿੱਚੋਂ ਕੌਣ ਸੀ। ਠੀਕ ਹੈ, ਉਹਦਾ ਆਪਸ਼ਨ ਆਇਆ ਨਾ ਵੀ ਜੱਸਾ ਸਿੰਘ ਆਹਲੂਵਾਲੀਆ। ਠੀਕ ਹੈ, ਜੱਸਾ ਸਿੰਘ ਆਹਲੂਵਾਲੀਆ ਹੀ ਦਲ ਖਾਲਸਾ ਦਾ ਜਿਹੜਾ ਮੇਨ ਲੀਡਰ ਆ। ਠੀਕ ਹੈ ਨਾ, ਮੰਨਿਆ ਜਾਂਦਾ ਉਹ ਸੀਗੇ ਵੀ ਆਪਣੇ ਜੱਸਾ ਸਿੰਘ ਆਹਲੂਵਾਲੀਆ। ਇਹਨਾਂ ਨੂੰ 1735 ਦੇ ਵਿੱਚ ਇਹ ਸੀਗੇ ਵੀ ਬਣੇ ਦਲ ਖਾਲਸਾ ਦੇ ਲੀਡਰ। ਠੀਕ ਹੈ, ਵੈਸੇ ਵੀ ਜੇ ਤੁਸੀਂ ਇਸ ਚੀਜ਼ ਦੀ ਡਿਟੇਲ ਦੇ ਵਿੱਚ ਜਾਓਗੇ ਤੇ ਇਸ ਤੋਂ ਪਹਿਲਾਂ ਨਵਾਬ ਕਪੂਰ ਸਿੰਘ ਸੀਗੇ ਵੀ ਉਹਨਾਂ ਨੇ ਬਣਾਇਆ ਸੀਗਾ ਪਹਿਲੋਂ ਵੈਸੇ ਦਲ ਖਾਲਸਾ, ਪਰ ਉਹ ਥੋੜੇ ਸਮੇਂ ਦੇ ਵਿੱਚ ਹੀ ਬਾਅਦ ਦੇ ਵਿੱਚ ਜੱਸਾ ਸਿੰਘ ਆਹਲੂਵਾਲੀਆ ਨੇ ਉਹਨੂੰ ਦੁਬਾਰਾ ਬਣਾਇਆ ਸੀਗਾ। ਮੇਨ ਇਹਨਾਂ ਨੇ ਹੀ ਸਾਰਾ ਕੰਮ ਕੀਤਾ ਸੀ ਬਾਅਦ ਦੇ ਵਿੱਚ, ਤਾਂ ਕਰਕੇ ਜੱਸਾ ਸਿੰਘ ਆਹਲੂਵਾਲੀਆ ਨੂੰ ਹੀ ਮੇਨ ਇਹਦਾ ਲੀਡਰ ਮੰਨਿਆ ਜਾਂਦਾ। ਠੀਕ ਹੈ, ਇਸ ਤੋਂ ਪਹਿਲਾਂ ਨਵਾਬ ਕਪੂਰ ਸਿੰਘ ਨੇ ਜ਼ਕਰੀਆ ਖਾਨ ਦੇ ਨਾਲ ਇੱਕ ਐਗਰੀਮੈਂਟ ਕੀਤਾ ਸੀਗਾ, ਉਹਦੇ ਅੰਡਰ ਉਹਨਾਂ ਨੇ 2 ਸਾਲ ਲਈ ਇਸ ਚੀਜ਼ ਨੂੰ ਚਲਾਇਆ ਸੀਗਾ। ਬਾਅਦ ਦੇ ਵਿੱਚ ਉਹ ਐਗਰੀਮੈਂਟ ਖਤਮ ਹੋ ਗਿਆ ਸੀਗਾ, ਇਸ ਕਰਕੇ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਦੁਬਾਰਾ ਉਹਨੂੰ ਬਣਾਇਆ ਸੀਗਾ ਤੇ ਫਿਰ ਉਹਦੀ ਕਮਾਂਡ ਸੰਭਾਲੀ ਸੀਗੀ। ਇਸ ਤੋਂ ਅੱਗੇ ਚੱਲਦੇ ਹਾਂ ਵੀ ਆਪਣਾ ਫੋਰਥ ਕੁਐਸਚਨ ਕਹਿੰਦਾ ਕਿ ਵੈਨ ਰਣਜੀਤ ਸਿੰਘ ਵਾਜ਼ ਡਿਕਲੇਅਰਡ ਦਾ ਮਹਾਰਾਜਾ ਆਫ ਦੀ ਪੰਜਾਬ। ਰਣਜੀਤ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਪੰਜਾਬ ਦਾ ਕਦੋਂ ਬਣਾਇਆ ਗਿਆ ਸੀਗਾ। 1801 ਈਸਵੀ ਦੇ ਵਿੱਚ ਉਹਨਾਂ ਨੂੰ ਮਹਾਰਾਜਾ ਬਣਾਇਆ ਸੀਗਾ। ਠੀਕ ਆ, ਉਹਨਾਂ ਦਾ ਵੀ ਜਿਹੜਾ ਜਨਮ ਸੀਗਾ ਵੀ ਉਹ 1780 ਦੇ ਵਿੱਚ ਹੋਇਆ ਸੀਗਾ, ਯਾਦ ਰੱਖਿਓ। ਠੀਕ ਆ, ਤੇ 1839 ਤੱਕ ਉਹ ਰਹੇ, ਮਤਲਬ ਉਹਨਾਂ ਦੀ ਬਾਅਦ 'ਚ ਹੋ ਗਈ ਸੀ ਮੌਤ। ਤੇ ਇਹਨਾਂ ਬਾਰੇ ਵੀ ਕੁਝ ਹੋਰ ਇੰਪੋਰਟੈਂਟ ਇਹ ਆ ਗੱਲਾਂ ਕਿ ਇੱਕ ਤਾਂ ਵੀ ਇਹਨਾਂ ਨੇ ਸ਼ੁਰੂ ਕੀਤੇ ਸੀਗੇ ਕੋਇਨਸ। ਇਹ ਵੀ ਬਹੁਤ ਵਾਰੀ ਵੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਵੀ ਕੋਇਨਸ ਜਿਨ੍ਹਾਂ ਦਾ ਨਾਮ ਕੀ ਸੀਗਾ ਵੀ ਨਾਨਕ ਸ਼ਾਹੀ ਇਹ ਕੋਇਨਸ। ਠੀਕ ਆ, ਤੇ ਮੇਨ ਇਹਨਾਂ ਨੇ ਸ਼ੁਰੂ ਕੀਤੇ ਸੀਗੇ, ਇਹਨਾਂ ਤੋਂ ਪਹਿਲਾਂ ਵੀ ਸ਼ਾਇਦ ਕਿਸੇ ਨੇ ਕੀਤੇ ਸੀਗੇ ਬਟ ਮੇਨ ਇਹਨਾਂ ਦਾ ਹੀ ਪੁੱਛਿਆ ਜਾਂਦਾ। ਠੀਕ ਆ, ਤੇ ਇੱਕ ਵੀ ਇਸ ਤੋਂ ਇਲਾਵਾ ਇਹ ਪੁੱਛਿਆ ਜਾਂਦਾ ਵੀ ਇਹ ਕਿਹੜੀ ਮਿਸਲ ਦੇ ਨਾਲ ਸੰਬੰਧਿਤ ਸੀਗੇ, ਉਹ ਹੈਗੀ ਵੀ ਸ਼ੁਕਰ ਚੱਕੀਆ ਮਿਸਲ। ਠੀਕ ਆ, ਇਹ ਤੁਹਾਨੂੰ ਪ੍ਰੋਬਲਮਸ ਆ ਵੀ ਜਿਹੜੀਆਂ ਪੁੱਛੀਆਂ ਜਾ ਸਕਦੀਆਂ। ਠੀਕ ਆ, ਇਹ ਤੁਸੀਂ ਯਾਦ ਰੱਖ ਸਕਦੇ ਆ ਵੀ ਇਹ ਸ਼ੁਕਰ ਚੱਕੀਆ ਮਿਸਲ ਨਾਲ ਸੀਗੇ ਵੀ ਸੰਬੰਧਿਤ ਰੱਖਦੇ। ਠੀਕ ਹੈ,
ਤੇ ਇੱਕ ਇਹਨਾਂ ਨੇ ਜਿਹੜੇ ਆ ਵਾਲੇ ਆਹ ਚਲਾਏ ਸੀਗੇ, ਇਹ ਸਿੱਕੇ ਚਲਾਏ ਸੀਗੇ, ਉਹਨਾਂ ਬਾਰੇ ਪੁੱਛਿਆ ਜਾ ਸਕਦਾ। ਠੀਕ ਹੈ, ਅੱਗੇ ਚੱਲਦੇ ਹਾਂ ਵੀ ਆਪਾਂ। ਕਹਿੰਦਾ ਹੂ ਵਾਜ਼ ਅਪੋਇੰਟਡ ਦਾ ਪ੍ਰੈਜ਼ੀਡੈਂਟ ਆਫ ਦੀ ਬੋਰਡ ਆਫ ਦੀ ਐਡਮਿਨਿਸਟ੍ਰੇਸ਼ਨ ਇਨ ਦੀ ਪੰਜਾਬ। ਪੰਜਾਬ ਦੇ ਵਿੱਚ ਵੀ ਇੱਕ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਾਇਆ ਗਿਆ ਸੀਗਾ। ਇਹ ਬਣਾਇਆ ਕਿਉਂ ਸੀਗਾ? ਦੇਖੋ ਵੀ 1849 ਦੇ ਵਿੱਚ, ਠੀਕ ਹੈ, ਸੈਕਿੰਡ ਸਿੱਖ ਜਿਹੜੀ ਆਪਣੀ ਸੈਕਿੰਡ ਜਿਹੜੀ ਹੋਈ ਸੀ ਵਾਰ ਵੀ ਐਂਗਲੋ ਸਿੱਖ ਵਾਰ ਸੀਗੀ, ਉਹਦੇ ਵਿੱਚ ਵੀ ਈਸਟ ਇੰਡੀਆ ਕੰਪਨੀ ਨੇ ਜਿਹੜਾ ਵੀ ਸਿੱਖ ਅੰਪਾਇਰ ਨੂੰ ਹਰਾਤਾ ਸੀਗਾ ਤੇ ਪੰਜਾਬ ਵੀ ਫਿਰ ਉਹਨਾਂ ਨੇ ਆਪਣੇ ਅੰਡਰ ਕਰ ਲਿਆ ਸੀਗਾ। ਉਸ ਤੋਂ ਬਾਅਦ 'ਚੋਂ ਫਿਰ ਕੀ ਹੋਇਆ ਵੀ 1849 ਦੇ ਵਿੱਚ ਪੰਜਾਬ ਅੰਡਰ ਹੋਣ ਤੇ ਲੋਰਡ ਡਲਹੌਜੀ ਨੇ ਇੱਕ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਾਇਆ। ਠੀਕ ਹੈ, ਉਹ ਬੋਰਡ ਆਫ ਐਡਮਿਨਿਸਟ੍ਰੇਸ਼ਨ ਉਹਨੇ ਪੰਜਾਬ ਨੂੰ ਚਲਾਉਣ ਦੇ ਲਈ, ਮਤਲਬ ਪੰਜਾਬ ਦਾ ਸਾਰਾ ਖਿਆਲ ਰੱਖਣ ਦੇ ਲਈ ਬਣਾਇਆ ਤੇ ਉਹਦਾ ਜਿਹੜਾ ਵੀ ਮਤਲਬ ਪ੍ਰੈਜ਼ੀਡੈਂਟ ਸੀਗਾ ਉਹ ਬਣਾਇਆ ਗਿਆ ਸੀਗਾ ਵੀ ਸਰ ਹੈਨਰੀ ਲੋਰੈਂਸ। ਇਹ ਯਾਦ ਰੱਖਣ ਵਾਲੀ ਆ ਵੀ ਬਹੁਤ ਇੰਪੋਰਟੈਂਟ ਗੱਲ ਆ, ਸਰ ਹੈਨਰੀ ਲੋਰੈਂਸ ਨੂੰ ਬਣਾਇਆ ਗਿਆ ਸੀ। ਉਹਨਾਂ ਦਾ ਛੋਟਾ ਭਰਾ ਵੀ ਨਾਲ ਹੀ ਸੀਗਾ ਵੀ ਉਹਨਾਂ ਦੇ ਜੌਨ ਲੋਰੈਂਸ, ਬਟ ਉਹਨੂੰ ਪ੍ਰੈਜ਼ੀਡੈਂਟ ਨਹੀਂ ਬਣਾਇਆ ਸੀਗਾ। ਮੇਨ ਜਿਹੜਾ ਸੀਗਾ ਪ੍ਰੈਜ਼ੀਡੈਂਟ ਉਹ ਇਹਨਾਂ ਨੂੰ ਬਣਾਇਆ ਗਿਆ ਸੀ, ਹੈਨਰੀ ਲੋਰੈਂਸ। ਠੀਕ ਹੈ, ਇਹ ਗੱਲ ਵੀ ਤੁਸੀਂ ਯਾਦ ਰੱਖਣੀ ਹੈ। ਓਕੇ ਆ ਵੀ, ਚਲੋ ਅੱਗੇ ਚੱਲਦੇ ਹਾਂ। ਅਗਲਾ ਕੁਐਸਚਨ ਵੀ ਬਹੁਤ ਇੰਪੋਰਟੈਂਟ ਆ, ਇੰਟਰਸਟਿੰਗ ਆ। ਕਹਿੰਦਾ ਕਿ ਪੰਜਾਬ ਦੇ ਵਿੱਚ ਵੀ ਕਿ ਇੱਕ ਅਨਰੈਸਟ ਹੋਇਆ ਸੀਗਾ ਵੀ 1907 ਈਸਵੀ ਦੇ ਵਿੱਚ, ਠੀਕ ਆ, ਜਿਹਨੂੰ ਆਪਾਂ ਅਸ਼ਾਂਤੀ ਕਹਿੰਦੇ ਹਾਂ। ਠੀਕ ਆ, ਤੇ ਜਿਹੜੀ ਕਿ ਕਿਸ ਚੀਜ਼ ਨਾਲ ਸੰਬੰਧਿਤ ਸੀਗੀ ਵੀ ਕਾਸ਼ਤਕਾਰੀ ਭੂਮੀ ਦੇ ਨਾਲ ਇਹ ਸੰਬੰਧਿਤ ਰੱਖਦੀ ਸੀਗੀ ਕਿ ਅਗਰੇਰੀਅਨ ਅਨਰੈਸਟ ਆਫ 1907 ਇਨ ਪੰਜਾਬ ਦੇ ਨਾਲ ਇਹਨਾਂ 'ਚ ਕੌਣ ਐਸੋਸੀਏਟ ਸੀਗਾ। ਠੀਕ ਆ, ਇਹ ਵੀ ਹੋਇਆ ਕੀ ਸੀਗਾ ਪਹਿਲਾਂ ਆਪਾਂ ਇਹਦੇ ਬਾਰੇ ਜਾਣਕਾਰੀ ਲੈਂਦੇ ਹਾਂ। ਦੇਖੋ ਵੀ ਬ੍ਰਿਟਿਸ਼ ਇੰਡੀਆ ਦੇ ਵਿੱਚ ਉਹਨਾਂ ਨੇ ਇੱਕ ਰੂਲ ਬਣਾਇਆ ਕਿ ਕਿਸੇ ਪਰਸਨ ਦੀ ਮੌਤ ਤੋਂ ਬਾਅਦ ਦੇ ਵਿੱਚ ਜੇ ਉਹਦੀ ਜ਼ਮੀਨ ਦਾ ਕੋਈ ਵੀ ਵਾਰਿਸ ਨਹੀਂ ਹੈਗਾ ਤੇ ਦੈਨ ਉਹਦੀ ਜ਼ਮੀਨ ਆ ਜਿਹੜੀ ਉਹ ਸਰਕਾਰ ਆਪਣੇ ਕੋਲ ਰੱਖ ਲੂਗੀ ਤੇ ਉਹ ਸਰਕਾਰ ਫਿਰ ਬਾਅਦ 'ਚ ਉਹਨੂੰ ਮਤਲਬ ਕਿਸੇ ਨੂੰ ਵੀ ਸੇਲ ਕਰ ਸਕਦੀ ਹੋਊਗੀ। ਇੱਦਾਂ ਦਾ ਇੱਕ ਰੂਲ ਪਾਸ ਸੀਗਾ ਉਹਨਾਂ ਨੇ, ਮਤਲਬ ਉਹਨਾਂ ਨੇ ਇੱਕ ਬਣਾਇਆ ਸੀਗਾ। ਇਹਦੇ ਖਿਲਾਫ ਵੀ ਜਿਹੜੇ ਆਪਣੇ ਭਗਤ ਸਿੰਘ ਜੀ ਦੇ ਮਤਲਬ ਅੰਕਲ ਸੀਗੇ, ਮਤਲਬ ਉਹਨਾਂ ਦੇ ਜਿਹੜੇ ਚਾਚਾ ਸੀਗੇ ਸਰਦਾਰ ਅਜੀਤ ਸਿੰਘ, ਉਹਨਾਂ ਨੇ ਆਵਾਜ਼ ਉਠਾਈ ਸੀਗੀ। ਸੋ ਇਹਦਾ ਡੀ ਆਪਸ਼ਨ ਆ ਜਾਊਗਾ ਵੀ। ਠੀਕ ਆ, ਸਰਦਾਰ ਅਜੀਤ ਸਿੰਘ, ਇਹ ਤੁਸੀਂ ਗੱਲ ਯਾਦ ਰੱਖਣੀ ਹੈ। ਠੀਕ ਆ, ਇਸ ਤੋਂ ਅੱਗੇ ਚੱਲਦੇ ਹਾਂ ਵੀ। ਕਹਿੰਦਾ ਕਿ ਹੂ ਵਾਜ਼ ਦੀ ਕਰਤਾਰ ਸਿੰਘ ਸਰਾਭਾ। ਕਰਤਾਰ ਸਿੰਘ ਸਰਾਭਾ ਵੀ ਆਪਣੇ ਕੋਲ ਗਦਰ ਪਾਰਟੀ ਦੇ ਨਾਲ ਰਿਲੇਟ ਕਰਦੇ ਸੀਗੇ। ਸੋ ਇਹਦਾ ਆਪਸ਼ਨ ਆ ਜਾਊਗਾ ਵੀ ਏ। ਸੋ ਕੌਣ ਸੀਗੇ? ਇੱਕ ਗਦਰੀ ਸੀਗੇ। ਠੀਕ ਹੈ, ਓਕੇ ਆ ਵੀ, ਚਲੋ ਅੱਗੇ ਵੀ 8th ਕੁਐਸਚਨ, ਇਹ ਵੀ ਬੜਾ ਇੰਪੋਰਟੈਂਟ ਆ ਵੀ ਇਦਾਂ ਦੀਆਂ ਅਲੱਗ ਜਿਹੀਆਂ ਚੀਜ਼ਾਂ ਪੇਪਰਾਂ 'ਚ ਪੁੱਛੀਆਂ ਜਾਂਦੀਆਂ। ਕਹਿੰਦਾ ਕਿ ਹੂ ਵਾਜ਼ ਦੀ ਲਾਸਟ ਪ੍ਰੀਮੀਅਰ ਆਫ ਦੀ ਯੂਨਾਈਟਿਡ ਪੰਜਾਬ। ਠੀਕ ਆ, ਯੂਨਾਈਟਿਡ ਪੰਜਾਬ ਮਤਲਬ ਕਿ 1947 ਤੋਂ ਜਿਹੜਾ ਆਪਣਾ ਵੀ ਕਹਿ ਸਕਦੇ ਹਾਂ ਕਿ ਪਹਿਲੋਂ ਦਾ ਪੰਜਾਬ ਸੀਗਾ। ਉਹਦੇ ਵਿੱਚ ਵੀ ਅੱਗੇ ਜਿੱਦਾਂ ਹੁਣ ਆਪਣੇ ਸੀਐਮ ਚੂਜ਼ ਕੀਤਾ ਜਾਂਦਾ, ਉਦੋਂ ਉੱਥੇ ਬਣਾਏ ਜਾਂਦੇ ਸੀ ਪ੍ਰੀਮੀਅਰ, ਮਤਲਬ ਸੀਐਮ ਵਾਲੀ ਜਿਹੜੀ ਇੱਕ ਹੁੰਦੀ ਸੀ ਪੋਜੀਸ਼ਨ, ਉਹਨੂੰ ਆਪਾਂ ਕੀ ਨਾਮ ਦਿੰਦੇ ਸੀ? ਪ੍ਰੀਮੀਅਰ ਨਾਮ ਦਿੰਦੇ ਸੀਗੇ। ਉਹ ਆਖਰੀ ਮਤਲਬ ਕਿ ਕੌਣ ਸੀਗਾ? ਉਹ ਆਖਰੀ ਸੀਗਾ ਵੀ ਆਪਣੇ ਕੋਲ ਖਿਜਰ ਹਯਾਤ ਖਾਨ ਜਿਹੜਾ ਸੀਗਾ ਵੀ। ਠੀਕ ਹੈ ਨਾ, ਖਿਜਰ ਹਯਾਤ ਖਾਨ ਆਖਰੀ ਸੀਗਾ। ਠੀਕ ਆ, ਇਹ ਅਸਲ ਦੇ ਵਿੱਚ ਸਭ ਤੋਂ ਪਹਿਲੋਂ ਜਿਹੜਾ ਸੀਗਾ ਵੀ 1937 ਦੇ ਵਿੱਚ ਸੀਗਾ ਵੀ ਬਣਾਇਆ ਗਿਆ। ਠੀਕ ਆ, ਇਹ ਪ੍ਰੀਮੀਅਰ। ਪਹਿਲੋਂ ਵੀ ਇੱਕ ਯੂਨਾਈਟਿਡ ਪਾਰਟੀ ਹੁੰਦੀ ਸੀ ਪੰਜਾਬ ਦੇ ਵਿੱਚ, ਉਹਨਾਂ ਨੇ ਮਤਲਬ ਰਾਜ ਸੀਗਾ ਉਸ ਟਾਈਮ ਤੇ 1937 ਦੇ ਵਿੱਚ। ਸਭ ਤੋਂ ਪਹਿਲੋਂ ਬਣੇ ਸੀਗੇ ਸਿਕੰਦਰ ਹਯਾਤ ਖਾਨ। ਠੀਕ ਆ, ਜਿਹੜਾ ਬੀ ਆਪਸ਼ਨ ਆ। ਤੇ 1942 ਚ ਇਹਨਾਂ ਦੀ ਮੌਤ ਤੋਂ ਬਾਅਦ ਦੇ ਵਿੱਚ ਫਿਰ ਇਸ ਤੋਂ ਬਾਅਦ ਚੋਂ ਬਣਾ ਦਿੱਤਾ ਗਿਆ ਵੀ ਖਿਜਰ ਹਯਾਤ ਖਾਨ ਨੂੰ, ਤੇ 1947 ਤੱਕ ਪੰਜਾਬ ਦੇ ਹਿੱਸੇ ਪੈ ਗਏ ਸੀ 2। ਉਦੋਂ ਤੱਕ ਇਹ ਰਹੇ ਆ ਤੇ ਬਾਅਦ ਚੋਂ ਦਾ ਸਾਰਾ ਫਿਰ ਸਿਸਟਮ ਹੀ ਅਲੱਗ ਹੋ ਗਿਆ ਸੀਗਾ। ਠੀਕ ਆ, ਉਦੋਂ ਤੱਕ ਇਹ ਰਹੇ। ਠੀਕ ਆ, ਇਹ ਤੁਸੀਂ ਗੱਲ ਯਾਦ ਰੱਖਣੀ। ਓਕੇ ਆ ਵੀ, ਇਹਨਾਂ ਨੂੰ ਸ਼ਾਇਦ ਵੀ 1942 ਚ ਉਹਨਾਂ ਦੀ ਮੌਤ ਹੋਈ ਸੀ ਤੇ ਅਗਲੇ ਸਾਲ ਇਹਨਾਂ ਨੂੰ ਬਣਾਇਆ ਗਿਆ ਸੀਗਾ। ਠੀਕ ਹੈ ਨਾ, ਖਿਜਰ ਹਯਾਤ ਖਾਨ ਨੂੰ। ਇਹ ਤੁਸੀਂ ਗੱਲਾਂ ਯਾਦ ਰੱਖ ਸਕਦੇ ਹੋ। ਠੀਕ ਹੈ, ਅੱਗੇ ਚੱਲਦੇ ਹਾਂ ਵੀ। ਕਹਿੰਦਾ ਕਿ ਗੰਧਾਰਾ ਆਰਟ ਫਲੋਰਿਸ਼ਡ ਇਨ ਵਿਚ ਆਫ ਦੀ ਰੀਜਨ। ਠੀਕ ਆ, ਗੰਧਾਰਾ ਜਿਹੜੀ ਆਰਟ ਸੀਗੀ ਵੀ ਉਹ ਕਿੱਥੇ ਫਲੋਰਿਸ਼ ਹੋਈ ਸੀਗੀ। ਠੀਕ ਆ, ਹੁਣ ਪਹਿਲੋਂ ਵੀ ਜਿਹੜਾ ਗੰਧਾਰਾ ਵਾ, ਠੀਕ ਆ ਨਾ, ਗੰਧਾਰਾ ਜਿਹੜਾ ਵੀ ਇਸ ਟਾਈਮ ਨਾਰਥ ਵੈਸਟ ਪਾਕਿਸਤਾਨ ਦੇ ਵਿੱਚ ਜਿਹੜੀ ਵੀ ਆਪਣੇ ਕੋਲ ਪੇਸ਼ਾਵਰ ਵਾਲਾ ਹਿੱਸਾ ਵਾ। ਠੀਕ ਆ, ਉਸ ਹਿੱਸੇ ਦਾ ਇੱਕ ਪੁਰਾਣਾ ਨਾਮ ਹੁੰਦਾ ਸੀਗਾ ਗੰਧਾਰ। ਠੀਕ ਆ, ਸੋ ਜਿਹੜਾ ਵੀ ਇਹ ਪੇਸ਼ਾਵਰ ਵਾਲਾ ਹਿੱਸਾ ਵਾ ਉੱਥੋਂ ਦੀ ਇੱਕ ਇਹ ਆਰਟ ਆ। ਠੀਕ ਆ, ਇਹ ਆਰਟ ਵੀ ਮਤਲਬ ਗ੍ਰੀਕ ਸਟਾਈਲ ਦੇ ਨਾਲ ਕਾਫੀ ਰਿਲੇਟਡ ਆ। ਠੀਕ ਆ ਨਾ, ਬੁੱਧੀਜ਼ਮ ਵਗੈਰਾ ਤੋਂ ਕਾਫੀ ਇਹ ਮਤਲਬ ਅਫੈਕਟਡ ਆ। ਤੇ ਇਹ ਵੀ ਉੱਥੇ ਜਿਹੜੀ ਆਰਟ ਆ ਵੀ ਇਹ ਤੁਹਾਡੇ ਕੋਲ 5th ਸੈਂਚੁਰੀ ਦੇ ਵਿੱਚ ਕੁਸ਼ਨ ਇੰਪਾਇਰ ਦੇ ਟਾਈਮ ਤੇ ਉੱਥੇ ਮੇਨ ਉਪਜੀ ਸੀਗੀ। ਠੀਕ ਆ, ਤੇ 8th ਸੈਂਚੁਰੀ ਵਗੈਰਾ ਦੇ ਐਂਡ ਤੱਕ ਜਾਂ ਫਿਰ ਅਗਲੀ ਸੈਂਚੁਰੀ ਤੱਕ ਉੱਥੇ ਰਹੀ ਆ, ਜਦੋਂ ਤੱਕ ਉੱਥੇ ਬੁੱਧੀਜ਼ਮ ਰਿਹਾ। ਬਾਅਦ 'ਚ ਉੱਥੇ ਇਸਲਾਮ ਆ ਗਿਆ ਤੇ ਫਿਰ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਵੀ ਉਸ ਤੋਂ ਬਾਅਦ 'ਚ ਅਬੋਲਿਸ਼ ਹੋਣਾ ਸ਼ੁਰੂ ਹੋ ਗਿਆ। ਇਹਦਾ ਆਨਸਰ ਵੀ ਆਪਣੇ ਕੋਲ ਰਾਵਲਪਿੰਡੀ ਤੇ ਇਹ ਪੇਸ਼ਾਵਰ ਆ ਜਾਊਗਾ। ਇਹ ਦੋਨੋਂ ਇਲਾਕੇ ਆਸ-ਪਾਸ ਆ। ਠੀਕ ਆ, ਇਹ ਸਾਰਾ ਇਲਾਕੇ ਦੇ ਵਿੱਚ ਇਹ ਗੰਧਾਰਾ ਆਰਟ ਆ ਜਿਹੜੀ ਉਹ ਫਲੋਰਿਸ਼ ਹੋਈ ਸੀ। ਠੀਕ ਹੈ, ਅੱਗੇ ਚੱਲਦੇ ਹਾਂ ਵੀ। ਕਹਿੰਦਾ ਕਿ ਪੂਰਨ ਭਗਤ ਬਿਲੋਂਗ ਟੂ ਵਿਚ ਰੀਜਨ। ਪੂਰਨ ਭਗਤ ਦਾ ਵੀ ਜਨਮ ਹੋਇਆ ਸੀ ਸਿਆਲਕੋਟ ਦੇ ਵਿੱਚ। ਠੀਕ ਆ, ਤੁਸੀਂ ਸਾਰਿਆਂ ਨੇ ਪੂਰਨ ਭਗਤ ਦੀ ਕਹਾਣੀ ਜ਼ਰੂਰ ਸੁਣੀ ਹੋਊਗੀ। ਜਿਨ੍ਹਾਂ ਨੇ ਸੁਣੀ ਆ ਵੀ ਬਹੁਤ ਵਧੀਆ ਗੱਲ ਆ, ਜਿਨ੍ਹਾਂ ਨੇ ਹਾਲੇ ਤੱਕ ਨਹੀਂ ਸੁਣੀ ਤੇ ਜ਼ਰੂਰ ਸੁਣੋ। ਠੀਕ ਆ, YouTube ਤੇ ਵੀ ਤੁਹਾਨੂੰ ਸ਼ਾਇਦ ਕਿਤੇ ਨਾ ਕਿਤੇ ਮਿਲ ਹੀ ਜਾਊਗੀ, ਨਹੀਂ ਤਾਂ ਆਪਣੇ ਕਿਸੇ ਇਹ ਫੈਮਿਲੀ ਮੈਂਬਰ ਦੇ ਕੋਲੋਂ ਪੁੱਛੋ ਤੇ ਇਹਨਾਂ ਦੀ ਇੱਕ ਵਾਰੀ ਕਹਾਣੀ ਜ਼ਰੂਰ ਸੁਣਿਓ ਤੇ ਤੁਹਾਨੂੰ ਯਾਦ ਵੀ ਹੋ ਜਾਊਗਾ ਸਿਆਲਕੋਟ ਦਾ ਇਹਨਾਂ ਦਾ ਜਨਮ ਸੀ। ਠੀਕ ਆ,
ਅੱਗੇ ਚੱਲਦੇ ਹਾਂ ਵੀ 11th ਕੁਐਸਚਨ ਕਹਿੰਦਾ ਕਿ ਝੂਮਰ ਡਾਂਸ ਕਿੱਥੋਂ ਦਾ ਹੈ। ਠੀਕ ਆ, ਝੂਮਰ ਡਾਂਸ ਵੀ ਇੱਕ ਬਹੁਤ ਹੀ ਜਿਹੜਾ ਮਤਲਬ ਇੱਕ ਸਲੋ ਫੋਮ ਵਾਲਾ ਡਾਂਸ ਆ ਵੀ ਜਿਹਦੇ ਵਿੱਚ ਆਪਾਂ ਸੌਂਗ ਦੇ ਨਾਲ ਜਾਂ ਜੋ ਵੀ ਤੁਹਾਡਾ ਮਿਊਜ਼ਿਕ ਦੇ ਨਾਲ ਬਹੁਤ ਹੀ ਹੌਲੀ ਹੌਲੀ ਇਹ ਡਾਂਸ ਕੀਤਾ ਜਾਂਦਾ। ਠੀਕ ਆ, ਤੁਸੀਂ ਇਹਨੂੰ ਖੋਲ ਕੇ ਜ਼ਰੂਰ ਦੇਖਿਓ। ਇਹ ਵੀ ਡਾਂਸ ਆ ਜਿਹੜਾ ਇਹ ਮੁਲਤਾਨ, ਠੀਕ ਆ, ਬਲੋਚਿਸਤਾਨ ਤੇ ਇਸ ਤੋਂ ਇਲਾਵਾ ਸੰਦਲਬਾਰ ਦਾ ਜਿਹੜਾ ਇਲਾਕਾ ਵਾ। ਠੀਕ ਆ, ਸੰਦਲਬਾਰ ਦਾ ਇਲਾਕਾ ਸੋ ਆਪਣਾ ਆਨਸਰ ਆ ਜਾਊਗਾ, ਕਿਉਂਕਿ ਇਸ ਤੋਂ ਇਲਾਵਾ ਕਿੱਥੇ ਕਿੱਥੇ ਆ ਇਹ ਮੁਲਤਾਨ ਦੇ ਵਿੱਚ ਆ। ਠੀਕ ਆ, ਇਹ ਸਾਰੇ ਇਲਾਕੇ ਵੀ ਅੱਜ ਦੇ ਦੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਆ। ਮੁਲਤਾਨ ਹੋ ਗਿਆ, ਬਲੋਚਿਸਤਾਨ ਹੋ ਗਿਆ, ਇੱਥੋਂ ਦਾ ਵੀ ਇਹ ਮੇਨ ਡਾਂਸ ਆ। ਠੀਕ ਆ, ਉਸ ਤੋਂ ਬਾਅਦ ਚੋਂ ਵੀ ਇਹ ਆਹ ਵਾਲੇ ਇਲਾਕੇ ਵਿੱਚ ਸੰਦਲਬਾਰ ਦਾ ਇਲਾਕਾ ਵੀ ਜਿਹੜਾ ਇਹ ਪਾਕਿਸਤਾਨ ਦਾ ਪੰਜਾਬ ਆ ਉਹਦੇ ਇਹਦੇ ਵਿੱਚ ਵੀ ਥੋੜ੍ਹੇ ਜਿਹੇ ਹਿੱਸੇ ਹੁੰਦੇ ਜਿੱਦਾਂ ਫੈਜ਼ਲਾਬਾਦ ਹੋ ਗਿਆ, ਤੋਬਾ ਤੇਗ ਸਿੰਘ ਹੋ ਗਈ ਉੱਥੋਂ ਦਾ। ਠੀਕ ਆ, ਜ਼ਿਲ੍ਹਾ ਵਾ ਇੱਕ, ਤੇ ਨਨਕਾਣਾ ਸਾਹਿਬ ਹੋ ਗਿਆ, ਇਹ ਸਾਰੇ ਉੱਥੋਂ ਦੇ ਜ਼ਿਲ੍ਹੇ ਆ ਉੱਧਰਲੇ ਪੰਜਾਬ ਦੇ। ਉਸ ਇਲਾਕੇ ਨੂੰ ਆਪਾਂ ਬੋਲਦੇ ਹਾਂ ਵੀ ਸੰਦਲਬਾਰ, ਤੇ ਸੰਦਲਬਾਰ ਇਲਾਕੇ ਦੇ ਵਿੱਚ ਵੀ ਇਹ ਡਾਂਸ ਜਿਹੜਾ ਵਾ ਉੱਥੋਂ ਦਾ ਇੱਕ ਮਸ਼ਹੂਰ ਡਾਂਸ ਆ। ਠੀਕ ਹੈ, ਕਲੀਅਰ ਆ ਵੀ। ਬਾਕੀ ਸਾਰੇ ਇਲਾਕੇ ਤਾਂ ਵੀ ਆਪਣੇ ਇੱਧਰਲੇ ਇਲਾਕੇ ਆ। ਠੀਕ ਆ, ਇਸ ਕਰਕੇ ਤੇ ਆਪਾਂ ਸਿਰਫ ਉੱਧਰਲੇ ਇਲਾਕੇ ਦਾ ਵੀ ਇਹ ਮੇਨ ਡਾਂਸ ਆ, ਸੋ ਇਸ ਕਰਕੇ ਆਪਣਾ ਸੀ ਆਨਸਰ ਹੋ ਜਾਊਗਾ। ਕਲੀਅਰ ਆ ਵੀ। ਅੱਗੇ ਚੱਲਦੇ ਹਾਂ। ਅਗਲਾ ਵੀ ਸਾਰਿਆਂ ਨੂੰ ਸ਼ਾਇਦ ਤੁਹਾਨੂੰ ਪਤਾ ਹੀ ਹੋਊਗਾ ਕਿ ਆਪਣੇ ਕੋਲ ਕਿਕਲੀ ਡਾਂਸ ਕਿਹਦੇ ਨਾਲ ਐਸੋਸੀਏਟਡ ਹੈ। ਕਿਕਲੀ ਡਾਂਸ ਵੀ ਬॉयਜ਼ ਨਾਲ ਤਾਂ ਬਿਲਕੁਲ ਨਹੀਂ ਐਸੋਸੀਏਟਡ ਹੈਗਾ, ਇਹ ਡਾਂਸ ਐਸੋਸੀਏਟਡ ਹੈਗਾ ਵੀ ਗਰਲਸ ਦੇ ਨਾਲ। ਠੀਕ ਆ, ਸੋ ਗਰਲਸ ਸਪੈਸ਼ਲੀ ਕਿਕਲੀ ਡਾਂਸ ਮਤਲਬ ਗਰਲਸ ਦੇ ਵਿੱਚ ਵੀ ਮਤਲਬ ਕਹਿ ਸਕਦੇ ਹਾਂ ਕਿ ਤੁਸੀਂ ਵਿਆਹੀਆਂ ਵੀ ਹੋ ਸਕਦੀਆਂ ਤੇ ਜਿਨ੍ਹਾਂ ਦਾ ਹੁਣੇ ਵਿਆਹ ਮਤਲਬ ਜਿਹੜੀਆਂ ਜਵਾਨ ਹੋਣ ਉਹਨਾਂ ਦੇ ਨਾਲ ਇਹ ਮੇਨਲੀ ਰਿਲੇਟ ਕਰਦਾ। ਠੀਕ ਆ, ਤੇ ਇਸ ਕਰਕੇ ਗਰਲਸ ਦੇ ਨਾਲ ਇਹ ਰਿਲੇਟਡ ਆ। ਠੀਕ ਆ, ਬਾਕੀ ਸਾਰੇ ਆਪਸ਼ਨ ਨਹੀਂ ਆਉਗੇ, ਸੋ ਇਹਨਾਂ ਆਪਸ਼ਨਾਂ ਦੇ ਵਿੱਚੋਂ ਇਹ ਗਰਲਸ ਦਾ ਸਹੀ ਆਨਸਰ ਹੋਵੇਗਾ। ਠੀਕ ਹੈ, ਅੱਗੇ ਚੱਲਦੇ ਹਾਂ ਵੀ 13th ਕਹਿੰਦਾ ਕਿ ਪਟਿਆਲਾ ਘਰਾਨਾ ਕਿਸ ਚੀਜ਼ ਨਾਲ ਐਸੋਸੀਏਟ ਸੀਗਾ। ਵੀ ਪਟਿਆਲਾ ਘਰਾਨਾ ਬਹੁਤ ਹੀ ਮਸ਼ਹੂਰ ਸੀਗਾ ਫੋਰ देयर ਮਿਊਜ਼ਿਕ। ਠੀਕ ਹੈ, ਇੱਥੋਂ ਦੇ ਜਿਹੜੇ ਇੱਕ ਬਹੁਤ ਹੀ ਮਸ਼ਹੂਰ ਹੋਏ ਆ, ਠੀਕ ਹੈ, ਸਿੰਗਰ ਉਹ ਹੈਗੇ ਵੀ ਉਸਤਾਦ ਬੜੇ ਗੁਲਾਮ ਅਲੀ ਖਾਨ। ਠੀਕ ਆ, ਉਸਤਾਦ ਬੜੇ ਗੁਲਾਮ ਅਲੀ ਖਾਨ, ਹੋਰ ਵੀ ਬਹੁਤ ਇੱਥੋਂ ਦੇ ਮਸ਼ਹੂਰ ਆ ਵੀ ਹੋਏ ਸਿੰਗਰਸ। ਠੀਕ ਆ, ਉਹ ਤੁਸੀਂ ਖੋਲ ਕੇ ਦੇਖ ਸਕਦੇ ਆ। ਪਟਿਆਲਾ ਘਰਾਨਾ ਮਿਊਜ਼ਿਕ ਦੇ ਨਾਲ ਐਸੋਸੀਏਟ ਕਰਦਾ ਸੀਗਾ। ਠੀਕ ਹੈ, ਅੱਗੇ ਚੱਲਦੇ ਹਾਂ ਵੀ ਇਹ ਵੀ ਸਾਰਿਆਂ ਨੂੰ ਪਤਾ ਹੋਣਾ ਵੀ ਤੁਹਾਨੂੰ ਇਹ ਤੀਆਂ ਫੈਸਟੀਵਲ ਹੁੰਦਾ ਵੀ ਪੰਜਾਬ ਦਾ, ਜਿਹਨੂੰ ਆਪਾਂ ਵੀ ਹਿੰਦੀ ਦੇ ਵਿੱਚ ਤੀਜ ਵੀ ਬੋਲ ਦਿੰਦੇ ਆ। ਠੀਕ ਆ, ਤੀਆਂ ਫੈਸਟੀਵਲ ਕਿਹੜੇ ਸੈਸ਼ਨ ਦਾ ਫੈਸਟੀਵਲ ਆ। ਇਹ ਵੀ ਰੇਨੀ ਸੈਸ਼ਨ ਦਾ ਫੈਸਟੀਵਲ ਆ ਜਿਹੜਾ ਅੱਜ ਕੱਲ੍ਹ ਵਾ। ਠੀਕ ਆ, ਸੈਸ਼ਨ ਚੱਲ ਰਿਹਾ ਮੌਨਸੂਨ ਵਗੈਰਾ ਦਾ। ਠੀਕ ਆ, ਜਦੋਂ ਬਰਸਾਤ ਰੁੱਤ ਦਾ ਇੱਕ ਇਹ ਫੈਸਟੀਵਲ ਆ ਰੇਨੀ ਸੈਸ਼ਨ ਦਾ, ਇਹ ਤੀਆਂ। ਠੀਕ ਆ, ਸ਼ਾਇਦ ਆਉਣ ਵਾਲਾ ਹੀ ਹੋਵੇ, ਸੋ ਇਹ ਤੁਸੀਂ ਗੱਲ ਯਾਦ ਰੱਖਣੀ। ਅੱਗੇ ਚੱਲਦੇ ਹਾਂ ਵੀ 15th ਚੰਦਰ ਗ੍ਰਹਿਣ ਦੇ ਬਾਰੇ ਆ ਵੀ ਲੂਨਰ ਐਕਲਿਪਸ ਅਕਰਸ ਵੈਨ। ਹੁਣ ਦੇਖੋ ਵੀ ਚੰਦਰ ਗ੍ਰਹਿਣ ਜਦੋਂ ਹੁੰਦਾ ਉਦੋਂ ਕੀ ਹੁੰਦਾ। ਠੀਕ ਆ, ਆਹ ਦੇਖੋ ਵੀ ਆਹ ਹੈਗਾ ਮੰਨ ਲਓ ਆਪਣੇ ਕੋਲ ਸਨ। ਠੀਕ ਆ, ਸਨ ਦੇ ਆਸ-ਪਾਸ ਵੀ ਅਰਥ ਘੁੰਮਦੀ ਹੈ। ਠੀਕ ਆ, ਅਰਥ ਦੇ ਆਸ-ਪਾਸ ਹੁੰਦਾ ਵੀ ਮੂਨ। ਠੀਕ ਆ, ਹੁਣ ਦੇਖੋ ਵੀ ਚੰਦਰ ਨੂੰ ਗ੍ਰਹਿਣ ਲੱਗਣਾ। ਠੀਕ ਆ, ਚੰਦਰ ਦੀ ਆਪਣੀ ਦਾ ਕੋਈ ਰੋਸ਼ਨੀ ਨਹੀਂ ਹੈਗੀ, ਉਹ ਸੂਰਜ ਕੋਲੋਂ ਰੋਸ਼ਨੀ ਲੈਂਦਾ। ਠੀਕ ਆ, ਜਦੋਂ ਵੀ ਸੂਰਜ ਦੀ ਰੋਸ਼ਨੀ ਮਤਲਬ ਕਿ ਉਹਦੇ ਤੱਕ ਜਾ ਨਹੀਂ ਪਾਉਂਦੀ, ਮਤਲਬ ਉਹਦੇ ਤੱਕ ਫਿਰ ਚੰਗੀ ਤਰ੍ਹਾਂ ਨਹੀਂ ਜਾ ਪਾਉਂਦੀ, ਅਰਥ ਉਹਦੇ ਰਸਤੇ ਵਿੱਚ ਆ ਜਾਂਦੀ। ਮਤਲਬ ਅਰਥ ਵਾ ਜਿਹੜੀ ਉਹ ਮੂਨ ਤੇ ਸਨ ਦੇ ਵਿਚਕਾਰ ਆ ਜਾਂਦੀ ਆ, ਉਦੋਂ ਵੀ ਫਿਰ ਚੰਦਰਮਾ ਨੂੰ ਗ੍ਰਹਿਣ ਲੱਗ ਜਾਂਦਾ। ਉਹਨੂੰ ਆਪਾਂ ਬੋਲ ਦਿੰਦੇ ਆ ਵੀ ਇਹ ਚੰਦਰ ਗ੍ਰਹਿਣ। ਸੋ ਆਊਗਾ ਕਿ ਅਰਥ ਇਜ਼ ਬਿਟਵੀਨ ਸਨ ਐਂਡ ਮੂਨ, ਸੋ ਸੀ ਇਜ਼ ਆਵਰ ਰਾਈਟ ਆਪਸ਼ਨ। ਠੀਕ ਹੈ, ਸੀ ਆਪਣਾ ਸਹੀ ਉੱਤਰ ਹੋਊਗਾ। ਓਕੇ, ਸੋ ਇਦਾਂ ਵੀ ਜਿਹੜੇ ਇਦਾਂ ਦੇ ਮਤਲਬ ਸਿੰਪਲ ਜਿਹੜੇ ਜਨਰਲ ਸਾਇੰਸ ਦੀਆਂ ਪ੍ਰੋਬਲਮਸ ਵੀ ਆ ਉਹ ਬਹੁਤ ਹੀ ਸੌਖੀਆਂ ਹੁੰਦੀਆਂ ਜੇ ਤੁਹਾਨੂੰ ਅੰਡਰਸਟੈਂਡਿੰਗ ਆ ਤੇ। ਠੀਕ ਆ, ਅੱਗੇ ਚੱਲਦੇ ਹਾਂ ਵੀ 16ਵਾਂ ਕੁਐਸਚਨ ਕਰਦੇ ਹਾਂ। ਕਹਿੰਦਾ ਹੀਰਾਕੁੰਡ ਡੈਮ ਕਿੱਥੇ ਆ ਵੀ, ਇਹ ਬਹੁਤ ਮਸ਼ਹੂਰ ਡੈਮ ਆ। ਹੀਰਾਕੁੰਡ ਡੈਮ ਆਪਣੇ ਇੰਡੀਆ ਦਾ ਲੌਂਗੈਸਟ ਡੈਮ ਆ ਵੀ। ਠੀਕ ਆ, ਯਾਦ ਰੱਖਿਓ। ਇਹ ਵੀ ਉੜੀਸਾ ਸਟੇਟ ਦੇ ਵਿੱਚ। ਠੀਕ ਆ, ਉੜੀਸਾ ਸਟੇਟ ਦੇ ਵਿੱਚ ਆ। ਕਿਹੜੀ ਰਿਵਰ ਦੇ ਉੱਪਰ ਆ, ਇਹ ਹੈਗਾ ਵੀ ਮਹਾਨਦੀ ਰਿਵਰ ਦੇ ਉੱਪਰ ਉੜੀਸਾ ਸਟੇਟ ਦੇ ਵਿੱਚ ਆ ਵੀ ਤੇ ਹੀਰਾਕੁੰਡ ਡੈਮ। ਠੀਕ ਆ, ਇਹ ਗੱਲ ਵੀ ਤੁਸੀਂ ਸਾਰਿਆਂ ਨੇ ਯਾਦ ਰੱਖਣੀ ਆ। ਇਸ ਤੋਂ ਇਲਾਵਾ ਵੀ ਇੱਕ ਹੋਰ ਬਹੁਤ ਪੇਪਰਾਂ ਵਿੱਚ ਪੁੱਛਿਆ ਜਾਂਦਾ ਵੀ ਹਾਈਐਸਟ ਡੈਮ ਆਪਣੇ ਇੰਡੀਆ ਦਾ ਕਿਹੜਾ। ਠੀਕ ਆ, ਸ਼ਾਇਦ ਇਹ ਆਪਣੇ ਏਸ਼ੀਆ ਦਾ ਵੀ ਮਤਲਬ ਹਾਈਐਸਟ ਡੈਮ ਹੋਵੇ, ਤੇ ਇਹ ਹੈਗਾ ਵੀ ਆਪਣੇ ਕੋਲ ਇਹ ਦਿਸ ਇਜ਼ ਦਾ ਇਹ ਟੈਰੀ ਡੈਮ, ਜੋ ਕਿ ਉੱਤਰਾਖੰਡ ਦੇ ਵਿੱਚ ਭਾਗੀਰਥੀ ਰਿਵਰ ਦੇ ਉੱਪਰ ਆ। ਠੀਕ ਹੈ ਨਾ, ਭਾਗੀਰਥੀ ਹੀ ਬਾਅਦ ਚੋਂ ਗੰਗਾ ਬਣਾਉਂਦੀ ਆ। ਠੀਕ ਆ, ਅਲਕਨੰਦਾ ਦੇ ਨਾਲ ਰਲ ਕੇ, ਸੋ ਭਾਗੀਰਥੀ ਰਿਵਰ ਦੇ ਉੱਪਰ ਆ ਇਹ ਡੈਮ। ਇਹ ਆਪਣਾ ਹਾਈਐਸਟ ਡੈਮ ਆ, ਇਹ ਆਪਣਾ ਵੀ ਹੋ ਗਿਆ ਲੌਂਗੈਸਟ ਡੈਮ। ਤੇ ਜਿਹੜਾ ਵੀ ਆਪਣੇ ਕੋਲ ਆਪਣਾ ਵਾ ਜਿਹੜਾ ਵੀ ਆਪਣੇ ਪੰਜਾਬ ਦੇ ਕੋਲ ਭਾਖੜਾ ਡੈਮ ਆ ਜਿਹੜਾ, ਉਹ ਵੀ ਆਪਣਾ ਸਤਲੁਜ ਰਿਵਰ ਦੇ ਉੱਪਰ ਆ, ਉਹ ਵੀ ਹਾਈਐਸਟ ਗ੍ਰੈਵਿਟੀ ਡੈਮ। ਠੀਕ ਆ, ਇੱਦਾਂ ਡੈਮਾਂ ਦੀਆਂ ਵੱਖਰੀਆਂ ਆਪਣੇ ਕੋਲ ਵੀ ਅਲੱਗ-ਅਲੱਗ ਹੁੰਦੀਆਂ ਕਿਸਮਾਂ, ਉਹਨਾਂ ਦੇ ਵਿੱਚ ਵੀ ਇੱਕ ਗ੍ਰੈਵਿਟੀ ਡੈਮਸ ਹੁੰਦੇ ਆ। ਠੀਕ ਆ, ਉਹਦੇ ਨਾਲ ਨੂੰ ਆਪਾਂ ਨਹੀਂ ਹੱਲੇ ਜਾਂਦੇ ਵੀ ਉਹ ਕੀ ਹੁੰਦੇ ਕੀ ਨਹੀਂ ਹੁੰਦੇ। ਤੁਸੀਂ ਯਾਦ ਰੱਖ ਲਿਓ ਕਿ ਸਤਲੁਜ ਤੇ ਜਿਹੜਾ ਬਣਿਆ ਹੋਇਆ ਵੀ ਆਪਣਾ ਭਾਖੜਾ ਡੈਮ, ਉਹ ਵੀ ਕਹਿ ਲਓ ਕਿ ਹਾਈਐਸਟ ਗ੍ਰੈਵਿਟੀ ਡੈਮ ਆ। ਠੀਕ ਆ, ਇਹ ਵੀ ਗੱਲ ਯਾਦ ਰੱਖ ਲਿਓ। ਸੋ ਅੱਗੇ ਚੱਲਦੇ ਹਾਂ ਵੀ 17ਵਾਂ ਕੁਐਸਚਨ ਕਹਿੰਦਾ ਕਿ ਆਪਣੇ ਵਿੱਚ ਕਿੰਨੀਆਂ ਈਅਰ ਬੋਨਸ ਹੁੰਦੀਆਂ ਵਾ। ਠੀਕ ਆ, ਦੇਖੋ ਵੀ ਇੱਕ ਈਅਰ ਦੇ ਵਿੱਚ ਆਪਣੇ ਕੋਲ 3 ਬੋਨਸ ਹੁੰਦੀਆਂ। ਠੀਕ ਆ, ਇੱਕ ਈਅਰ ਦੇ ਵਿੱਚ ਕਿੰਨੀਆਂ ਬੋਨਸ ਹੁੰਦੀਆਂ ਵੀ 3। ਠੀਕ ਆ, ਈਅਰ ਦਾ ਜਿਹੜਾ ਵਿਚਕਾਲੇ ਵਾਲਾ ਹਿੱਸਾ ਹੁੰਦਾ ਨਾ,
ਉਹਦੇ ਵਿੱਚ ਹੁੰਦੀਆਂ ਵੀ ਇਹ ਬੋਨਸ, ਠੀਕ ਆ। ਇੱਕ ਬੋਨ ਦਾ ਨਾਮ ਹੁੰਦਾ ਵੀ ਹੈਮਰ, ਠੀਕ ਆ। ਇੱਕ ਨੂੰ ਆਪਾਂ ਕੀ ਕਹਿੰਦੇ ਹੈਮਰ। ਇਹਨਾਂ ਦੇ ਕੀ ਰੋਲ ਆ ਉਹ ਚਲੋ ਫਿਰ ਆਪਾਂ ਹਲੇ ਇੰਨਾ ਡੀਪ ਨਹੀਂ ਜਾਵਾਂਗੇ। ਇੱਕ ਦਾ ਨਾਮ ਹੁੰਦਾ ਵੀ ਐਨਵਿਲ, ਠੀਕ ਆ। ਤੁਹਾਨੂੰ ਨਾਮ ਵੀ ਸ਼ਾਇਦ ਕਿਤੇ ਪੁੱਛੇ ਜਾ ਸਕਦੇ ਆ। ਇੱਕ ਦਾ ਨਾਮ ਹੁੰਦਾ ਵੀ ਇਹਦੇ ਵਿੱਚ ਸਟਿਰ, ਠੀਕ ਆ। ਇਹ ਵੀ ਆਪਣੇ ਕੋਲ ਉਹਦੇ ਵਿੱਚ 3 ਬੋਨਸ ਹੁੰਦੀਆਂ, ਠੀਕ ਆ। ਇਹ ਸਾਰੀਆਂ ਦੀਆਂ ਸਾਰੀਆਂ ਕਿੱਥੇ ਐਗਜ਼ਿਸਟ ਕਰਦੀਆਂ ਹੁੰਦੀਆਂ ਵੀ ਮਿਡਲ ਈਅਰ ਦੇ ਵਿੱਚ। ਈਅਰ ਦਾ ਜਿਹੜਾ ਵਿਚਕਾਲੇ ਵਾਲਾ ਹਿੱਸਾ ਹੁੰਦਾ ਉਹਦੇ ਵਿੱਚ ਵੀ ਹੱਡੀਆਂ ਹੁੰਦੀਆਂ, ਠੀਕ ਆ। ਤੇ ਇੱਕ ਦੇ ਵਿੱਚ ਹੋ ਗਈਆਂ 3। ਉਹਨੇ ਆਪਾਂ ਨੂੰ ਪੁੱਛੀਆਂ ਵੀ ਆਪਣੇ ਕੋਲ ਟੋਟਲ ਕਿੰਨੀਆਂ ਈਅਰ ਬੋਨਸ ਆ। ਫਿਰ ਆਪਣੇ ਕੋਲ 6 ਬਣ ਜਾਣੀਆਂ, ਠੀਕ ਆ, ਕਿਉਂਕਿ ਆਪਣੇ ਸਾਰਿਆਂ ਦੇ 2 ਕੰਨ ਹੁੰਦੇ ਆ। ਸੋ ਆਪਣੇ ਕੋਲ 6 ਈਅਰ ਬੋਨਸ ਹੋਊਗੀ, ਠੀਕ ਆ। ਤੋ ਇਹ ਵੀ ਆਪਣੇ ਕੋਲ ਸਿੰਪਲ ਜੀ ਪ੍ਰੋਬਲਮ ਸੀਗੀ, ਠੀਕ ਆ। ਸੋ ਇਹਦੇ ਵਿੱਚ ਵੀ ਹੱਡੀਆਂ ਹੁੰਦੀਆਂ, ਯਾਦ ਰੱਖਿਓ। ਅੱਗੇ ਚੱਲਦੇ ਹਾਂ ਵੀ 18ਵਾਂ ਕੁਐਸਚਨ। ਇਹ ਵੀ ਬੜਾ ਇੰਪੋਰਟੈਂਟ ਆ। ਕਹਿੰਦਾ ਕਿ ਡਿਊ ਟੂ ਦੀ ਕੰਜ਼ੰਪਸ਼ਨ ਆਫ ਦੀ ਪੋਲਿਸ਼ਡ ਰਾਈਸ, ਠੀਕ ਆ। ਆਪਾਂ ਵੀ ਅੱਜ ਕੱਲ੍ਹ ਵੀ ਸਾਰੇ ਪੋਲਿਸ਼ਡ ਰਾਈਸ ਹੀ ਖਾਂਦੇ ਆ ਮੇਨਲੀ, ਠੀਕ ਆ ਨਾ। ਰਾਈਸ ਦੇ ਜਿਹੜਾ ਉੱਪਰਲਾ ਇੱਕ ਉਹਦੇ ਮਤਲਬ ਛਿਲਕਾ ਵਗੈਰਾ ਹੁੰਦਾ ਉਹਨੂੰ ਵੀ ਉਤਾਰ ਕੇ ਤੇ ਉਹਨੂੰ ਚੰਗੀ ਤਰ੍ਹਾਂ ਪੋਲਿਸ਼ ਕੀਤਾ ਹੁੰਦਾ, ਠੀਕ ਆ। ਉਹ ਆਪਾਂ ਖਾਂਦੇ ਆ ਵੀ ਉਹਦੇ ਨਾਲ ਕਿਹੜਾ ਰੋਗ ਹੋ ਸਕਦਾ ਤੇ ਜਿਹੜਾ ਮਤਲਬ ਹੋਇਆ ਵੀ ਹੋਇਆ, ਠੀਕ ਆ। ਅੱਗੇ ਬਹੁਤ ਸਾਰਿਆਂ ਮਤਲਬ ਬਹੁਤ ਜ਼ਿਆਦਾ ਹੋ ਚੁੱਕਾ ਸੀਗਾ ਇਹ, ਮਤਲਬ ਇੱਕ ਸਮੇਂ ਤੇ ਫਿਰ ਹੌਲੀ ਹੌਲੀ ਇਹਦੇ ਵਿੱਚ ਮਤਲਬ ਸੁਧਾਰ ਆਇਆ। ਉਹ ਹੈਗਾ ਵੀ ਆਪਣੇ ਕੋਲ ਬੈਰੀ ਰੋਗ, ਠੀਕ ਹੈ ਨਾ। ਬੈਰੀ ਰੋਗ ਆ ਜਿਹੜਾ ਇਹ ਹੋ ਜਾਂਦਾ ਵੀ ਪੋਲਿਸ਼ਡ ਰਾਈਸ ਖਾਣ ਨਾਲ। ਅਸਲ ਦੇ ਵਿੱਚ ਵਿਟਾਮਿਨ B1 ਦੀ ਥੋੜ ਕਰਕੇ ਹੁੰਦਾ ਵੀ, ਠੀਕ ਆ। ਵਿਟਾਮਿਨ B1 ਕੀ ਹੁੰਦਾ ਵੀ ਇਹਦਾ ਇੱਕ ਹੋਰ ਨਾਮ ਆ ਵੀ ਆਪਣੇ ਕੋਲ ਥੀਆਮਾਈਨ, ਇਹ ਵੀ ਯਾਦ ਰੱਖਿਓ, ਠੀਕ ਆ। ਵਿਟਾਮਿਨ B1 ਦੀ ਥੋੜ ਕਰਕੇ ਵੀ ਆਪਾਂ ਨੂੰ ਬੈਰੀ ਰੋਗ ਹੋ ਸਕਦਾ, ਜਿਹੜਾ ਕਿ ਪੋਲਿਸ਼ਡ ਰਾਈਸ ਖਾਣ ਕਰਕੇ ਆਪਾਂ ਨੂੰ ਥੋੜ ਹੋ ਜਾਂਦੀ, ਕਿਉਂਕਿ ਰਾਈਸ ਦਾ ਜਿਹੜਾ ਉੱਪਰ ਦਾ ਉਹ ਛਿਲਕਾ ਉਤਾਰ ਦਿੱਤਾ ਜਾਂਦਾ ਜਿਹੜਾ ਬਰਾਊਨ ਜਿਹੇ ਰੰਗ ਦਾ ਹੁੰਦਾ, ਉਹਦੇ ਵਿੱਚ ਵਿਟਾਮਿਨ B1 ਹੁੰਦਾ, ਠੀਕ ਆ। ਇਹ ਹੌਲੀ ਹੌਲੀ ਬਾਅਦ 'ਚੋਂ ਆਪਾਂ ਨੂੰ ਜਾਣਕਾਰੀ ਹੋਈ ਸੀਗੀ ਤੇ ਫਿਰ ਇਹਨੂੰ ਬਾਅਦ ਦੇ ਵਿੱਚ ਇਹਦੇ ਵਿੱਚ ਕਾਫੀ ਇਹ ਸੁਧਾਰ ਹੋਇਆ, ਠੀਕ ਹੈ। ਅੱਗੇ ਚੱਲਦੇ ਹਾਂ ਵੀ 19ਵਾਂ ਕੁਐਸਚਨ ਦਾ ਵੀ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਊਗਾ ਜ਼ਰੂਰ ਕਿ ਵਾਟ ਇਜ਼ ਦੀ ਕੈਪੀਟਲ ਆਫ ਦੀ ਕੈਨੇਡਾ, ਠੀਕ ਆ। ਕੈਨੇਡਾ ਦੀ ਰਾਜਧਾਨੀ ਦੱਸੋ ਵੀ ਕਿਹੜੀ ਹੈ, ਠੀਕ ਆ। ਦਿਸ ਇਜ਼ ਦੀ ਸੀ ਓਟਾਵਾ ਵੀ ਉੱਥੋਂ ਦੀ ਰਾਜਧਾਨੀ ਆ, ਵੀ ਯਾਦ ਰੱਖਿਓ, ਠੀਕ ਆ। ਹੋ ਸਕਦਾ ਤੁਹਾਨੂੰ ਇਹਦੇ ਬਾਰੇ ਨਾ ਪਤਾ ਹੋਵੇ ਜਾਂ ਤੁਹਾਨੂੰ ਕੋਈ ਹੋਰ ਸ਼ਹਿਰ ਫੀਲ ਹੁੰਦਾ ਹੋਵੇ। ਓਟਾਵਾ ਉੱਥੋਂ ਦੀ ਰਾਜਧਾਨੀ ਹੈ, ਠੀਕ ਆ। ਬਰੈਂਪਟਨ ਵਗੈਰਾ ਹੋ ਗਏ, ਇਹ ਸਾਰੇ ਬਾਕੀ ਸਾਰੇ ਉੱਥੋਂ ਦੇ ਸ਼ਹਿਰ ਆ ਵੀ ਓਟਾਵਾ ਉੱਥੋਂ ਦੀ ਰਾਜਧਾਨੀ ਹੈ, ਠੀਕ ਆ। ਅੱਗੇ ਚੱਲਦੇ ਹਾਂ ਵੀ ਕਹਿੰਦਾ ਕਿ ਜਿਹੜੀ ਇਲੈਕਟ੍ਰਿਕ ਬਲਬ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜੀ ਗੈਸ ਹੁੰਦੀ ਹੈ। ਦੇਖੋ ਵੀ ਇਲੈਕਟ੍ਰਿਕ ਬਲਬ ਦੇ ਵਿੱਚ ਨਾ ਵੈਸੇ ਮੇਨਲੀ ਆਰਗਨ ਗੈਸ ਹੁੰਦੀ ਹੈ, ਠੀਕ ਹੈ। ਆਰਗਨ ਵੀ ਤੁਸੀਂ ਜੇਕਰ ਥੋੜੀ ਬਹੁਤੀ ਸਾਇੰਸ ਬਾਰੇ ਪਹਿਲਾਂ ਰੀਡਿੰਗ ਕੀਤੀ ਹੋਊਗੀ ਤੇ ਆਪਣੇ ਕੋਲ ਵੀ ਆਰਗਨ ਜਿਹੜਾ ਐਲੀਮੈਂਟ ਹੈ ਨਾ ਵੀ ਇੱਕ ਇਨਰਟ ਗੈਸ ਹੁੰਦੀ ਹੈ। ਇਨਰਟ ਗੈਸ ਦਾ ਮਤਲਬ ਹੁੰਦਾ ਜਿਹਦੀ ਮਤਲਬ ਕਿਸੇ ਹੋਰ ਨਾਲ ਰਿਐਕਸ਼ਨ ਵਗੈਰਾ ਨਾ ਹੁੰਦੀ ਹੋਵੇ, ਇਦਾਂ ਦੀਆਂ ਗੈਸਾਂ ਹੁੰਦੀਆਂ ਆਰਗਨ ਹੁੰਦੀ ਹੈ। ਹੋਰ ਇਹਦੇ ਵਰਗੀਆਂ ਹੁੰਦੀਆਂ ਵੀ ਜਿੱਦਾਂ ਹੀਲੀਅਮ ਹੁੰਦੀ ਹੈ, ਠੀਕ ਆ। ਹੀਲੀਅਮ ਹੋ ਗਈ, ਆਰਗਨ ਹੋ ਗਈ, ਨਿਓਨ ਹੋ ਗਈ, ਇਹ ਸਾਰੀਆਂ ਜਿਹੜੀਆਂ ਵੀ ਆਪਣੇ ਕੋਲ ਗੈਸਿਸ ਹੁੰਦੀਆਂ ਇਹਨਾਂ ਸਾਰੀਆਂ ਨੂੰ ਵੀ ਆਪਾਂ ਇਨਰਟ ਗੈਸਿਸ ਬੋਲਦੇ ਹਾਂ, ਕਿਉਂਕਿ ਇਹਨਾਂ ਦੀ ਕਿਸੇ ਨਾਲ ਰਿਐਕਸ਼ਨ ਨਹੀਂ ਹੁੰਦੀ। ਸੋ ਵੈਸੇ ਦਾ ਵੀ ਆਨਸਰ ਇਹਦਾ ਆਰਗਨ ਹੁੰਦਾ ਹਮੇਸ਼ਾ, ਬਟ ਆਰਗਨ ਆਪਸ਼ਨ ਨਹੀਂ ਹੈਗਾ। ਫਿਰ ਆਪਣੇ ਕੋਲ ਵੀ ਹੀਲੀਅਮ ਆਨਸਰ ਹੋ ਸਕਦਾ ਇਹਦਾ। ਸੋ ਇਹਦਾ ਆਨਸਰ ਹੀਲੀਅਮ ਹੋ ਸਕਦਾ। ਵੈਸੇ ਵੀ ਕਈ ਥਾਵਾਂ ਤੇ ਇਹਦਾ ਆਨਸਰ N2 ਵੀ ਯੂਜ਼ ਕਰਦੇ ਆ, ਬਟ N2 ਨੂੰ ਵੀ ਇਦਾਂ ਹੀ ਨਹੀਂ ਯੂਜ਼ ਕਰ ਲੈਂਦੇ ਇਸ ਗੈਸ ਨੂੰ। ਇਹਨੂੰ ਥੋੜਾ ਜਿਹਾ ਮਤਲਬ ਇਨਰਟ ਬਣਾ ਕੇ ਫਿਰ ਇਹਨੂੰ ਯੂਜ਼ ਕਰਦੇ ਆ, ਠੀਕ ਆ। ਉੱਦਾਂ ਇਹਦੀ ਰਿਐਕਸ਼ਨ ਹੋ ਸਕਦੀ ਹੁੰਦੀ ਹੈ, ਠੀਕ ਆ। ਸੋ ਇਹਦਾ ਆਨਸਰ ਫਿਰ ਆਪਾਂ ਵੀ ਹਾਲ ਦੀ ਘੜੀ ਤੇ ਹੀਲੀਅਮ ਚੂਜ਼ ਕਰਾਂਗੇ, ਕਿਉਂਕਿ ਹੀਲੀਅਮ ਇੱਕ ਇਨਰਟ ਗੈਸ ਆ। ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਇਲੈਕਟ੍ਰੀਕਲ ਬਲਬ ਦੇ ਵਿੱਚ, ਕਿਉਂਕਿ ਉਹਨਾਂ ਦੀ ਰਿਐਕਟ ਨਹੀਂ ਹੋਊਗੀਆਂ ਉਹ ਤਾਂ ਕਰਕੇ, ਠੀਕ ਆ। ਅੱਗੇ ਚੱਲਦੇ ਹਾਂ ਵੀ 21ਵਾਂ ਕੁਐਸਚਨ। ਕਹਿੰਦਾ ਕਿ ਗੋਬਰ ਗੈਸ ਦੇ ਵਿੱਚ ਮੇਨਲੀ ਕਿਹੜੀ ਗੈਸ ਹੁੰਦੀ, ਠੀਕ ਆ। ਗੋਬਰ ਗੈਸ ਜਿਹੜੀ ਵੀ ਬਣਾਈ ਜਾਂਦੀ ਹੈ ਉਹਦੇ ਵਿੱਚ ਮੇਨਲੀ ਮੀਥੇਨ ਗੈਸ ਹੁੰਦੀ ਆ ਵੀ, ਠੀਕ ਆ। ਮੀਥੇਨ ਗੈਸ ਦਾ ਫਾਰਮੂਲਾ ਯਾਦ ਰੱਖਿਓ ਵੀ CH4, ਠੀਕ ਆ। ਕਾਰਬਨ ਤੇ ਹਾਈਡਰੋਜਨ 4, ਠੀਕ ਆ। ਇਹ ਤੁਸੀਂ ਯਾਦ ਰੱਖ ਸਕਦੇ ਹੋ। ਉਸ ਤੋਂ ਇਲਾਵਾ ਉਹਦੇ ਵਿੱਚ CO2 ਵੀ ਹੁੰਦੀ ਆ ਵੀ, ਕਾਰਬਨ ਡਾਈਆਕਸਾਈਡ ਵੀ ਹੁੰਦੀ ਆ, ਬਟ ਮੇਨ ਉਹਦੇ ਵਿੱਚ ਮੀਥੇਨ ਹੁੰਦੀ ਹੈ, ਠੀਕ ਆ। ਅੱਗੇ ਚੱਲਦੇ ਹਾਂ ਵੀ ਕਹਿੰਦਾ ਕਿ ਟ੍ਰੋਪਿਕ ਆਫ ਕੈਂਸਰ ਡਜ਼ ਨੋਟ ਪਾਸ ਥਰੂ ਵਿਚ ਆਫ ਦਾ ਫੋਲੋਇੰਗ ਸਟੇਟ, ਠੀਕ ਆ। ਦੇਖੋ ਵੀ ਇਹਦਾ ਬਹੁਤ ਇੰਪੋਰਟੈਂਟ ਆ। ਜੇਕਰ ਤੁਸੀਂ ਕਿਸੇ ਵੀ ਪੇਪਰ ਦੇ ਲਈ ਪ੍ਰਿਪੇਅਰ ਹੋ ਰਹੇ ਆ ਤੇ ਤੁਹਾਨੂੰ ਇੰਡੀਆ ਦਾ ਮੈਪ ਚੰਗੀ ਤਰ੍ਹਾਂ ਯਾਦ ਰੱਖਣਾ ਪੈਣਾ। ਤੇ ਹੁਣੇ ਮੈਪ ਨੂੰ ਚੱਕੋ ਤੇ ਨਾਲ ਦੀ ਨਾਲ ਇਹ ਇਸ ਦਾ ਆਨਸਰ ਉਹਦੇ ਵਿੱਚੋਂ ਦੇਖੋ ਕਿ ਟ੍ਰੋਪਿਕ ਆਫ ਕੈਂਸਰ ਇਹਨਾਂ ਦੇ ਵਿੱਚੋਂ ਕਿਹੜੀ ਸਟੇਟ ਦੇ ਵਿੱਚੋਂ ਪਾਸ ਨਹੀਂ ਹੁੰਦੀ। ਦੇਖੋ ਵੀ ਗੁਜਰਾਤ 'ਚੋਂ ਤਾਂ ਪਾਸ ਹੁੰਦੀ ਆ, ਉੱਥੋਂ ਹੀ ਇਹ ਸ਼ੁਰੂ ਹੁੰਦੀ ਹੈ, ਠੀਕ ਆ। ਗੁਜਰਾਤ ਤੋਂ ਬਾਅਦ ਦੇ ਵਿੱਚ ਵੀ ਇਹ ਜਾਂਦੀ ਆ ਰਾਜਸਥਾਨ ਦੇ ਵਿੱਚ, ਠੀਕ ਆ। ਸਭ ਤੋਂ ਪਹਿਲਾਂ ਵੀ ਆਪਣੇ ਕੋਲ ਗੁਜਰਾਤ 'ਚੋਂ ਪਾਸ ਹੁੰਦੀ ਹੈ, ਫਿਰ ਇਹਨੇ ਚੱਲ ਜਾਣਾ ਵੀ ਰਾਜਸਥਾਨ ਦੇ ਵਿੱਚ, ਠੀਕ ਆ। ਰਾਜਸਥਾਨ ਤੋਂ ਵੀ ਫਿਰ ਆ ਜਾਂਦਾ ਅੱਗੇ ਆਪਣੇ ਕੋਲ MP, ਠੀਕ ਆ, ਮੱਧ ਪ੍ਰਦੇਸ਼ ਦੇ ਵਿੱਚ। ਉਸ ਤੋਂ ਬਾਅਦ 'ਚੋਂ ਵੀ ਇਹ ਚੱਲ ਜਾਂਦੀ ਹੈ ਛੱਤੀਸਗੜ੍ਹ ਦੇ ਵਿੱਚ, ਠੀਕ ਆ। ਮੈਪ ਦੇ ਨਾਲ ਦੀ ਨਾਲ ਜ਼ਰੂਰ ਦੇਖੋ। ਫਿਰ ਆ ਜਾਂਦਾ ਵੀ ਆਪਣੇ ਕੋਲ ਝਾਰਖੰਡ, ਠੀਕ ਆ। ਝਾਰਖੰਡ ਤੋਂ ਵੀ ਫਿਰ ਇਹ ਚੱਲ ਜਾਂਦੀ ਹੈ ਵੈਸਟ ਬੰਗਾਲ ਦੇ ਵਿੱਚ। ਵੈਸਟ ਬੰਗਾਲ ਤੋਂ ਸਿੱਧੀ ਵੀ ਫਿਰ ਇਹ ਜਾਂਦੀ ਹੈ ਤ੍ਰਿਪੁਰਾ ਦੇ ਵਿੱਚ, ਤੇ ਫਿਰ ਇਹ ਜਾਂਦੀ ਆ ਵੀ ਸਿੱਧੀ ਤੁਹਾਡੇ ਕੋਲ ਮਿਜ਼ੋਰਮ ਦੇ ਵਿੱਚ। ਸੋ ਇਹਨਾਂ ਸਟੇਟਾਂ ਦਾ ਹੀ ਕਨਫਿਊਜ਼ਨ ਹੁੰਦੀ ਹੈ, ਤੇ ਝਾਰਖੰਡ, ਛੱਤੀਸਗੜ੍ਹ ਤੇ ਇਸ ਤੋਂ ਬਾਅਦ 'ਚੋਂ ਵੀ ਆਪਣੇ ਕੋਲ ਤ੍ਰਿਪੁਰਾ ਤੇ ਮਿਜ਼ੋਰਮ। ਬਾਕੀ ਕਿਸੇ ਵੀ ਨਾਰਥ ਈਸਟ ਸਟੇਟ ਦੇ ਵਿੱਚੋਂ ਪਾਸ ਨਹੀਂ ਹੁੰਦੀ। ਸੋ ਰਹਿ ਕੌਣ ਗਿਆ ਵੀ ਮਹਾਰਾਸ਼ਟਰ ਰਹਿ ਗਿਆ। ਸੋ ਮਹਾਰਾਸ਼ਟਰ ਆਪਣਾ ਸਹੀ ਆਨਸਰ ਆ ਵੀ ਇਹ ਆਣੀ ਆਨਸਰ ਹੈਗਾ। ਇਹਨਾਂ 'ਚੋਂ ਤਾਂ ਪਾਸ ਹੋ ਜਾਂਦੀ ਹੈ ਸਾਰਿਆਂ ਦੇ ਵਿੱਚੋਂ। ਸੋ ਮਹਾਰਾਸ਼ਟਰ ਇਹਦਾ ਸਹੀ ਆਨਸਰ ਆ, ਠੀਕ ਆ। ਮਹਾਰਾਸ਼ਟਰ ਥੋੜਾ ਜਿਹਾ ਥੱਲੇ ਰਹਿ ਜਾਂਦਾ ਗੁਜਰਾਤ ਤੋਂ, ਉਹਦੇ ਵਿੱਚੋਂ ਨਹੀਂ ਪਾਸ ਹੁੰਦੀ, ਬਾਕੀ ਸਾਰਿਆਂ 'ਚੋਂ ਪਾਸ ਹੁੰਦੀ ਹੈ ਟ੍ਰੋਪਿਕ ਆਫ ਕੈਂਸਰ, ਠੀਕ ਆ। ਚਲੋ ਅੱਗੇ ਚੱਲਦੇ ਹਾਂ।
ਵਜਰਾ ਪ੍ਰਹਾਰ ਐਕਸਰਸਾਈਜ਼ ਹੁੰਦੀ ਵੀ ਜੁਆਇੰਟ ਮਿਲਟਰੀ ਦੀ, ਕਿਹਦੇ ਵਿੱਚ ਹੁੰਦੀ ਵੀ ਇੰਡੀਆ ਵਿੱਚ ਤੇ USA ਦੇ ਵਿੱਚ, ਠੀਕ ਆ, ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ। ਇਸ ਵਾਰ ਦੀ ਐਕਸਰਸਾਈਜ਼ ਵੀ ਇਹ 2021 ਦਾ ਜਿਹੜਾ 11th ਐਡੀਸ਼ਨ ਸੀਗਾ ਵੀ ਇਹਦਾ, ਠੀਕ ਆ, 11th ਐਡੀਸ਼ਨ ਇਹਦਾ ਹੋ ਕੇ ਚੁੱਕਾ ਵੀ ਆਪਣੇ ਇੰਡੀਆ ਦੇ ਵਿੱਚ ਹੋਇਆ। ਇੰਡੀਆ ਦੇ ਵਿੱਚ ਵੀ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜਗ੍ਹਾ ਵਾ ਵੀ ਬਕਲੋ, ਠੀਕ ਆ, ਬਕਲੋ ਤੁਸੀਂ ਦੇਖੋਗੇ ਤੇ ਵੀ ਆਪਣੇ ਕੋਲ ਪਠਾਨਕੋਟ ਤੋਂ ਅੱਗੇ ਆ ਜਾਂਦੀ ਹੈ, ਠੀਕ ਆ, ਤੇ ਡਲਹੌਜੀ ਪਠਾਨਕੋਟ ਦੀ ਜਿਹੜੀ ਸਾਈਡ ਤੇ ਆ ਇਹ ਬਕਲੋ, ਉੱਥੇ ਵੀ ਇਹ ਐਕਸਰਸਾਈਜ਼ ਹੋਈ ਹੈ ਵਜਰਾ ਪ੍ਰਹਾਰ 2021 ਦੀ। ਤੇ ਇਸ ਤੋਂ ਪਹਿਲਾਂ ਵੀ 2019 ਦੇ ਵਿੱਚ USA ਦੇ ਵਿੱਚ ਹੋਈ ਸੀਗੀ, ਮਤਲਬ ਇੱਕ ਵਾਰੀ ਕਰਕੇ ਹੁੰਦੀ, ਇੱਕ ਵਾਰੀ ਇੰਡੀਆ ਦੇ ਵਿੱਚ, ਇੱਕ ਵਾਰੀ US ਦੇ ਵਿੱਚ, ਅਗਲੀ ਵਾਰੀ ਫਿਰ US ਦੇ ਵਿੱਚ ਹੋਊਗੀ, ਠੀਕ ਆ, ਉਸ ਤੋਂ ਅਗਲੀ ਵਾਰੀ ਫਿਰ ਇੰਡੀਆ ਦੇ ਵਿੱਚ ਹੋਊਗੀ, ਠੀਕ ਆ। ਤੇ ਇਹ ਵੀ ਜੁਆਇੰਟ ਮਿਲਟਰੀ ਦੀ ਮਤਲਬ ਐਕਸਰਸਾਈਜ਼ ਆ, ਇੱਕ ਦੂਜੇ ਨਾਲ ਰਿਹਰਸਲ ਵਗੈਰਾ ਉੱਥੇ ਕੀਤੇ ਜਾਂਦੇ, ਅਭਿਆਸ ਕੀਤੇ ਜਾਂਦੇ ਆ, ਇਹ ਤੁਸੀਂ ਗੱਲ ਯਾਦ ਰੱਖਣੀ, ਠੀਕ ਆ। ਅੱਗੇ ਚੱਲਦੇ ਹਾਂ ਵੀ 25ਵਾਂ ਆਏ ਤਾਂ ਤੁਹਾਨੂੰ ਸਾਰਿਆਂ ਨੂੰ ਵੀ ਜ਼ਰੂਰ ਪਤਾ ਹੋਊਗਾ, ਕਹਿੰਦਾ ਫੋਲੋ ਔਨ ਟਰਮ ਆ ਜਿਹੜੀ ਉਹ ਕੇਸ ਖੇਲ ਦੇ ਨਾਲ ਰਿਲੇਟਡ ਆ ਵੀ, ਇਹ ਆਪਣੀ C ਆਪਸ਼ਨ ਵੀ ਆਪਣੇ ਕੋਲ ਕ੍ਰਿਕਟ ਦੇ ਨਾਲ ਰਿਲੇਟਡ ਆ। ਤੁਸੀਂ ਦੇਖਿਆ ਹੋਣਾ ਵੀ ਕ੍ਰਿਕਟ ਦੇ ਵਿੱਚ ਵੀ ਜਦੋਂ ਆਪਣੇ ਕੋਲ ਇਹ ਟੈਸਟ ਮੈਚ ਹੁੰਦੇ ਆ, ਠੀਕ ਆ, ਜੇ ਕੋਈ ਟੀਮ ਸੈਕਿੰਡ ਇਨਿੰਗਸ ਦੇ ਵਿੱਚ, ਠੀਕ ਆ ਨਾ, ਜੇ ਕੋਈ ਟੀਮ ਵੀ ਆਪਣੀ ਮਤਲਬ ਕਿ ਇਹ ਫਸਟ ਇਨਿੰਗਸ ਦੇ ਵਿੱਚ ਦੂਜੀ ਟੀਮ ਦੇ ਨਾਲੋਂ ਹਾਫ ਤੋਂ ਵੀ ਥੋੜੇ ਸਕੋਰ ਬਣਾਵੇ ਤੇ ਫਿਰ ਉਹਨੂੰ ਫੋਲੋ ਔਨ ਦਿੱਤਾ ਜਾਂਦਾ ਸੀਗਾ, ਤੇ ਉਹਨੂੰ ਦੁਬਾਰਾ ਫਿਰ ਉਸੇ ਟੀਮ ਦੀ ਹੀ ਵਾਰੀ ਆ ਜਾਂਦੀ ਸੀਗੀ ਵੀ ਉਹ ਹੋਰ ਸਕੋਰ ਬਣਾ ਪਾਉਣ। ਇੱਦਾਂ ਦਾ ਇਹ ਰੂਲ ਹੁੰਦਾ ਸੀਗਾ ਵੀ ਇਹਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਰੀਡ ਕਰਨਾ ਤੇ ਜ਼ਰੂਰ ਰੀਡ ਕਰਿਓ, ਠੀਕ ਆ। ਬਾਕੀ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ, ਤੁਸੀਂ ਯਾਦ ਰੱਖ ਸਕਦੇ ਹੋ ਕਿ ਇਹ ਰਿਲੇਟਡ ਹੈਗਾ ਵਿਦ ਦੀ ਇਹ ਕ੍ਰਿਕਟ, ਠੀਕ ਆ। ਅੱਗੇ ਚੱਲਦੇ ਹਾਂ 26ਵਾਂ ਕੁਐਸਚਨ, ਲਾਮਾਰਕੀਅਨ ਥਿਊਰੀ ਆਫ ਆਰਗੈਨਿਕ ਐਵੋਲੂਸ਼ਨ, ਠੀਕ ਆ, ਆਰਗੈਨਿਕ ਐਵੋਲੂਸ਼ਨ ਦੀ ਵੀ ਆਪਣੇ ਕੋਲ ਥਿਊਰੀ ਆ ਲਾਮਾਰਕੀਅਨ ਥਿਊਰੀ, ਇਹ ਵੀ ਆਪਣੇ ਕੋਲ ਕਿਸ ਚੀਜ਼ ਨਾਲ ਰਿਲੇਟਡ ਆ ਵੀ, ਠੀਕ ਆ। ਤੁਸੀਂ ਇਹ ਥੱਲੇ ਪੰਜਾਬੀ 'ਚ ਵੀ ਜ਼ਰੂਰ ਰੀਡ ਕਰ ਸਕਦੇ ਹੋ ਕਿ ਆਰਗੈਨਿਕ ਵਿਕਾਸ ਦੀ ਜਿਹੜੀ ਥਿਊਰੀ ਆ ਉਹਦਾ ਜਿਹੜਾ ਸਿਧਾਂਤ ਆ ਉਹ ਕਿਸ ਚੀਜ਼ ਨਾਲ ਰਿਲੇਟਡ ਆ। ਦਾ ਆਨਸਰ ਆਊਗਾ ਵੀ ਸੀ ਕੀ ਆ ਵੀ ਆਪਣੇ ਕੋਲ ਇਨਹੈਰੀਟੈਂਸ ਆਫ ਐਕਵਾਇਰਡ ਇਹ ਕਰੈਕਟਰਸ, ਠੀਕ ਆ, ਮਤਲਬ ਕਿ ਪ੍ਰਾਪਤ ਲੱਛਣਾਂ ਦੀ ਉੱਤਰ ਅਧਿਕਾਰਿਤਾ, ਇਹਦੇ ਨਾਲ ਵੀ ਇਹ ਰਿਲੇਟਡ ਸੀਗੀ ਕਿ ਜਿਹੜੇ ਆਪਣੇ ਅੰਦਰ ਜਿਹੜੀਆਂ ਆਪਣੇ ਅੰਦਰ ਇੱਕ ਪ੍ਰੋਪਰਟੀਜ਼ ਹੁੰਦੀਆਂ ਆਪਣੇ ਮਾਂ ਪਿਓ ਤੋਂ ਹੁੰਦੀਆਂ, ਉਹ ਅੱਗੇ ਦੀ ਅੱਗੇ ਆਪਣੇ ਵਿੱਚ ਮਤਲਬ ਕਿੱਦਾਂ ਹੁੰਦੀਆਂ ਵਾ, ਉਹਦੇ ਨਾਲ ਰਿਲੇਟਡ ਵੀ ਇਹ ਇੱਕ ਥਿਊਰੀ ਸੀਗੀ, ਠੀਕ ਆ। ਤੇ ਇਹਦੇ ਬਾਰੇ ਤੁਸੀਂ ਜ਼ਰੂਰ ਰੀਡ ਕਰ ਸਕਦੇ ਆ ਵੀ ਜੇ ਤੁਸੀਂ ਬਾਇਓ ਦੇ ਨਾਲ ਰਿਲੇਟਡ ਹੁੰਦਾ ਤੁਸੀਂ ਇਹਦੇ ਬਾਰੇ ਡੀਪਲੀ ਰੀਡ ਕਰਿਓ, ਉੱਦਾਂ ਤੁਸੀਂ ਇੰਨਾ ਕੁ ਯਾਦ ਰੱਖ ਲਓ ਬਹੁਤ ਆ ਵੀ ਹਲਦੀ ਘੜੀ, ਠੀਕ ਆ। ਅੱਗੇ ਚੱਲਦੇ ਹਾਂ ਵੀ 26ਵਾਂ, ਇਹ ਵੀ ਤੁਹਾਡੇ ਕੋਲ ਬਾਇਓ ਦੇ ਨਾਲ ਰਿਲੇਟਡ, ਬਾਕੀ ਇਹ ਵੀ ਸਾਰਿਆਂ ਨੂੰ ਵੈਸੇ ਵੀ ਹੁੰਦਾ ਹੋਣਾ ਚਾਹੀਦਾ, ਠੀਕ ਆ, ਸਿੰਪਲ ਜੀ ਗੱਲ ਆ। ਕਹਿੰਦਾ ਕਿ ਯੂਨੀਵਰਸਲ ਰੈਸੀਪੈਂਟ ਬਲੱਡ ਗਰੁੱਪ, ਜਿਹੜਾ ਸਾਰੇ ਬਲੱਡ ਗਰੁੱਪਾਂ ਤੋਂ ਹੀ ਖੂਨ ਰਿਸੀਵ ਕਰ ਸਕਦਾ ਉਹ ਹੈਗਾ ਵੀ AB ਗਰੁੱਪ, ਠੀਕ ਆ। AB ਪੋਜ਼ਿਟਿਵ ਜਿਹੜਾ ਹੁੰਦਾ ਵੀ ਉਹ ਇਹਦਾ ਆਨਸਰ ਆਊਗਾ। ਸੋ AB ਗਰੁੱਪ ਵੀ ਸਾਰਿਆਂ ਕੋਲੋਂ ਰਿਸੀਵ ਕਰ ਸਕਦਾ, ਤੇ ਜਿਹੜਾ O ਨੈਗੇਟਿਵ ਹੁੰਦਾ ਇਹ ਸਾਰਿਆਂ ਨੂੰ ਡੋਨੇਟ ਕਰ ਸਕਦਾ ਹੁੰਦਾ, ਪਰ ਇਹ ਰਿਸੀਵ ਸਿਰਫ ਇਹਦੇ ਕੋਲੋਂ ਹੀ ਹੋ ਸਕਦਾ। ਇਹਨਾਂ ਨੂੰ ਬੜੀ ਪ੍ਰੋਬਲਮ ਹੁੰਦੀ ਆ ਵੀ ਇਹ ਸਾਰਿਆਂ ਨੂੰ ਖੂਨ ਦੇ ਤਾਂ ਸਕਦੇ ਆ, ਬਟ ਆਪਣੇ ਵਰਗੇ ਸੇਮ ਬੰਦੇ ਤੋਂ ਹੀ ਸਿਰਫ ਇਹ ਖੂਨ ਰਿਸੀਵ ਕਰ ਸਕਦੇ, ਮਤਲਬ ਜਦੋਂ ਇਹਨਾਂ ਨੂੰ ਆਪ ਨੂੰ ਜ਼ਰੂਰਤ ਪੈਂਦੀ ਉਦੋਂ ਇਹਨਾਂ ਲਈ ਬਹੁਤ ਔਖਾ ਹੁੰਦਾ, ਠੀਕ ਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਯਾਦ ਰੱਖ ਸਕਦੇ ਹੋ। ਇਹਨਾਂ ਚੀਜ਼ਾਂ ਦੀ ਖੋਜ ਕਿਹਨੇ ਕੀਤੀ, ਜਿਹੜੇ ਬੰਦੇ ਨੇ ਖੋਜ ਕੀਤੀ ਸੀ ਉਹਨੇ ਬਹੁਤ ਹੀ ਇਹ ਵੀ ਆਪਣੇ ਲਈ ਇੱਕ ਮਤਲਬ ਸਹੀ ਕੰਮ ਕੀਤਾ ਸੀਗਾ, ਉਹ ਬੰਦਾ ਸੀਗਾ ਵੀ ਕਾਰਲ, ਯਾਦ ਰੱਖਿਓ ਇਹਦਾ ਨਾਮ ਕਾਰਲ ਐਨਸਟੀਨਰ, ਠੀਕ ਆ। ਤੇ ਵੀ ਇਸ ਬੰਦੇ ਨੂੰ ਵੀ ਇਹਦੇ ਲਈ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ ਸੀ। ਇਹਨੇ 1901 ਵਿੱਚ ਇਹਦੀ ਖੋਜ ਕੀਤੀ ਸੀ ਤੇ ਇਹਨੂੰ ਸ਼ਾਇਦ 1929 ਜਾਂ 1930 ਦੇ ਵਿੱਚ ਇਹਦੇ ਨਾਲ ਰਿਲੇਟਡ ਦਿੱਤਾ ਗਿਆ ਸੀਗਾ ਪ੍ਰਾਈਜ਼। ਇਹ ਵੀ ਆਸਟ੍ਰੇਲੀਆ ਦੇ ਵਿੱਚ ਜੰਮਿਆ ਸੀਗਾ ਤੇ ਅਮਰੀਕਾ ਦੇ ਵਿੱਚ ਇਹਨੇ ਸਾਰਾ ਜਾ ਕੇ ਉੱਥੇ ਇਹ ਸਾਰਾ ਕੁਝ ਕੀਤਾ ਸੀਗਾ, ਠੀਕ ਆ। ਤੇ ਇਹਦੇ ਬਾਰੇ ਤੁਸੀਂ ਜ਼ਰੂਰ ਯਾਦ ਰੱਖਿਓ, ਇਹ ਵੀ ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛਿਆ ਜਾਂਦਾ ਵਾ ਕਿ ਜਿਹੜੇ ਬਲੱਡ ਗਰੁੱਪਸ ਆ ਉਹਨਾਂ ਦੀ ਡਿਸਕਵਰੀ ਕਿਸ ਬੰਦੇ ਨੇ ਕੀਤੀ ਸੀਗੀ, ਠੀਕ ਆ। ਅੱਗੇ ਚੱਲਦੇ ਹਾਂ ਵੀ 28ਵਾਂ ਕੁਐਸਚਨ ਆ ਵੀ ਆਪਣੇ ਕੋਲ, ਕਹਿੰਦਾ ਕਿ ਵਿਚ ਆਫ ਦੀ ਫੋਲੋਇੰਗ ਗਲੈਂਡ ਇਜ਼ ਨੋਟ ਦੀ ਐਂਡੋਕਰਾਈਨ ਗਲੈਂਡ, ਕਹਿੰਦਾ ਇਹਨਾਂ ਦੇ ਵਿੱਚੋਂ ਕਿਹੜਾ ਗਲੈਂਡ ਆ ਵੀ ਜਿਹੜਾ ਆਪਣੇ ਕੋਲ ਐਂਡੋਕਰਾਈਨ ਨਹੀਂ ਹੈਗਾ। ਦੇਖੋ ਵੀ ਐਂਡੋਕਰਾਈਨ ਗਲੈਂਡਸ ਉਹ ਹੁੰਦੇ ਆ, ਪਹਿਲੀ ਗੱਲ ਤਾਂ ਵੀ ਗਲੈਂਡ ਕੀ ਹੁੰਦੇ ਆ, ਗਲੈਂਡ ਵੀ ਆਪਣੀ ਬੋਡੀ ਦੇ ਅੰਦਰ ਹੁੰਦੇ ਆ ਜਿਹੜੇ ਨਾ ਬਹੁਤ ਸਾਰੀਆਂ ਚੀਜ਼ਾਂ ਬਣਾ ਕੇ ਤੇ ਆਪਣੀ ਬੋਡੀ ਦੇ ਅੰਦਰ ਉਹਨਾਂ ਨੂੰ ਰਿਲੀਜ਼ ਕਰਦੇ ਆ, ਠੀਕ ਹੈ ਨਾ, ਛੱਡਦੇ ਆ ਵਿੱਚ। ਤੇ ਐਂਡੋਕਰਾਈਨ ਗਲੈਂਡ ਵੀ ਜਿਹੜੇ ਨਾ ਮਤਲਬ ਡਾਇਰੈਕਟਲੀ ਹੀ ਬਲੱਡ ਸਟਰੀਮ ਦੇ ਵਿੱਚ ਰਿਲੀਜ਼ ਕਰ ਦਿੰਦੇ, ਸਿੱਧਾ ਹੀ ਖੂਨ ਦੇ ਵਿੱਚ ਰਿਲੀਜ਼ ਕਰਦੇ ਰਹਿੰਦੇ ਆ, ਠੀਕ ਆ। ਮੈਂ ਹਲੇ ਸਿਰਫ ਤੁਹਾਨੂੰ ਉੱਪਰੋਂ ਇਹਨਾਂ ਬਾਰੇ ਵੀ ਦੱਸੂਗਾ। ਇੱਕ ਹੁੰਦੇ ਵੀ ਐਗਜ਼ੋਕਰਾਈਨ ਗਲੈਂਡ, ਜਿਹੜੇ ਕਿਸੇ ਮਤਲਬ ਕਿ ਚੀਜ਼ ਦੇ ਸਰਫੇਸ ਦੇ ਉੱਤੇ ਰਿਲੀਜ਼ ਕਰਦੇ ਆ, ਠੀਕ ਆ, ਖੂਨ ਵਿੱਚ ਨਹੀਂ ਸਿੱਧਾ ਕਰਦੇ। ਆਪਾਂ ਇਹਨਾਂ ਵਿੱਚੋਂ ਐਗਜ਼ੋਕਰਾਈਨ ਗਲੈਂਡ ਦੇਖਣਾ ਵੀ ਇਹਨਾਂ ਦੇ ਵਿੱਚੋਂ ਕਿਹੜਾ ਉਹ ਹੈਗਾ ਵੀ ਆਪਣੇ ਕੋਲ ਸਵੈਟ ਗਲੈਂਡ, ਠੀਕ ਆ ਨਾ, ਪਸੀਨਾ ਗੰਢੀ, ਠੀਕ ਆ ਨਾ, ਪਸੀਨਾ ਆਪਣੀ ਸਕਿਨ ਦੇ ਉੱਪਰ ਹੀ ਹੁੰਦਾ, ਠੀਕ ਆ, ਬਾਹਰ ਹੀ ਨਿਕਲਦਾ, ਠੀਕ ਆ, ਕਿਸੇ ਚੀਜ਼ ਦੇ ਉੱਪਰ ਹੁੰਦਾ ਸਰਫੇਸ ਤੇ, ਉਹ ਆਪਣਾ ਬਣ ਜਾਣਾ ਵੀ ਐਗਜ਼ੋਕਰਾਈਨ ਗਲੈਂਡ, ਠੀਕ ਆ। ਐਗਜ਼ੋ ਦਾ ਮਤਲਬ ਉੱਦਾਂ ਵੀ ਕਿਸੇ ਚੀਜ਼ ਚੋਂ ਬਾਹਰ ਕੱਢਣਾ ਹੁੰਦਾ, ਠੀਕ ਆ, ਤੇ ਐਂਡੋ ਦਾ ਮਤਲਬ ਹੁੰਦਾ ਅੰਦਰ ਰੱਖਣਾ, ਉੱਦਾਂ ਦੀ ਇਹ ਚੀਜ਼ ਬਣ ਜਾਂਦੀ ਹੈ, ਠੀਕ ਆ। ਤੋਂ ਅੱਗੇ ਚੱਲਦੇ ਹਾਂ, 29ਵਾਂ ਆ ਗਿਆ ਵੀ, ਕਹਿੰਦਾ ਕਿ ਪ੍ਰੋਸੈਸ ਆਫ ਦੀ ਕੋਟਿੰਗ ਆਫ ਦੀ ਆਇਰਨ ਪਾਈਪਸ, ਠੀਕ ਆ, ਵਿਦ ਦੀ ਜ਼ਿੰਕ ਟੂ ਪ੍ਰੀਵੈਂਟ ਕਰੋਜ਼ਨ। ਦੇਖੋ ਵੀ ਕੀ ਕਰਦੇ ਆ ਕਿ ਆਇਰਨ ਦੀਆਂ ਜਿਹੜੀਆਂ ਪਾਈਪਸ ਯੂਜ਼ ਕਰਦੇ ਆ ਆਪਾਂ ਕਿਤੇ ਮਤਲਬ ਕਿ ਸੀਵਰੇਜ ਜਾਂ ਮਤਲਬ ਕਿਸੇ ਵੀ ਜਗ੍ਹਾ ਤੇ ਯੂਜ਼ ਹੁੰਦੀਆਂ ਜਿੱਥੇ ਉਹਨਾਂ ਨੂੰ ਜੰਗਾਲ ਦਾ ਜ਼ਿਆਦਾ ਖਤਰਾ ਹੁੰਦਾ, ਉੱਥੇ ਵੀ ਉਹਨਾਂ ਉੱਤੇ ਨਾ ਜ਼ਿੰਕ ਦੀ ਇੱਕ ਪਤਲੀ ਜੀ ਕੋਟਿੰਗ ਕਰ ਦਿੱਤੀ ਜਾਂਦੀ ਹੈ।
ਇਹਨੂੰ ਆਪਾਂ ਬੋਲ ਦਿੰਦੇ ਆ ਵੀ ਇਹਦੇ ਵਿੱਚ ਗੈਲਵੇਨਾਈਜੇਸ਼ਨ, ਕਿਉਂਕਿ ਜਿੰਕ ਫਿਰ ਖਰਾਬ ਹੋਊਗਾ ਉੱਪਰੋਂ ਆਇਰਨ ਆਪਣਾ ਥੱਲੇੋਂ ਸੇਫ ਰਹੂਗਾ, ਇਸ ਕਰਕੇ ਆਪਾਂ ਆਇਰਨ ਨੂੰ ਖੁਰਨ ਤੋਂ ਬਚਾ ਸਕਦੇ ਹਾਂ। ਠੀਕ ਆ, ਸੋ ਇਹਦਾ ਆਨਸਰ ਆ ਗਿਆ ਵੀ ਆਪਣੇ ਕੋਲ ਗੈਲਵੇਨਾਈਜੇਸ਼ਨ। ਠੀਕ ਆ, ਅੱਗੇ ਚੱਲਦੇ ਹਾਂ ਵੀ ਕਹਿੰਦਾ ਕਿ ਵੇਅਰ ਐਂਡ ਵੈਨ ਵਰ ਦੀ ਫਸਟ ਏਸ਼ੀਅਨ ਗੇਮਸ ਹੈਲਡ, ਸਭ ਤੋਂ ਪਹਿਲੀਆਂ ਏਸ਼ੀਅਨ ਗੇਮਸ ਦੱਸੋ ਵੀ ਕਿੱਥੇ ਹੋਈਆਂ ਸੀ। ਠੀਕ ਆ, ਬੜਾ ਹੀ ਇੰਪੋਰਟੈਂਟ ਆ ਵੀ ਇਹ ਵੀ ਕੁਐਸਚਨ। 1951 ਦੇ ਵਿੱਚ ਹੋਈਆਂ ਸੀਗੀਆਂ, ਸੋ ਤੁਹਾਨੂੰ ਆਨਸਰ ਤਾਂ ਆਪਣੇ ਆਪ ਆਈਡੀਆ ਹੋ ਗਿਆ ਹੋਊਗਾ। ਨਿਊ ਦਿੱਲੀ ਦੇ ਵਿੱਚ ਵੀ ਸ਼ੁਰੂ ਹੋਈਆਂ ਸੀ ਏਸ਼ੀਅਨ ਗੇਮਸ। ਠੀਕ ਆ, ਸਭ ਤੋਂ ਪਹਿਲੀਆਂ। ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਜਿਹੜੀਆਂ ਗੇਮਸ ਆ ਵੀ 1982 ਦੇ ਵਿੱਚ ਫਿਰ ਇੰਡੀਆ ਦੇ ਵਿੱਚ ਹੋਈਆਂ। ਠੀਕ ਆ, ਇੰਡੀਆ ਦੇ ਵਿੱਚ 1951 ਤੇ 1982 ਦੇ ਵਿੱਚ ਹੋਈਆਂ ਏਸ਼ੀਅਨ ਗੇਮਸ। ਠੀਕ ਆ, ਇਸ ਤੋਂ ਇਲਾਵਾ ਵੀ ਹੁਣ ਯਾਦ ਰੱਖਿਓ ਕਿ ਹੁਣ ਜਿਹੜੀਆਂ ਰੀਸੈਂਟਲੀ ਹੋ ਕੇ ਚੁੱਕੀਆਂ ਹੈਗੀਆਂ 2018 ਦੀਆਂ, ਜਿਹੜੀਆਂ ਕਿ ਜਕਾਰਤਾ ਦੇ ਵਿੱਚ ਹੋਈਆਂ ਇੰਡੋਨੇਸ਼ੀਆ ਦੇ ਵਿੱਚ। ਠੀਕ ਆ, ਤੇ ਇੱਥੋਂ ਦਾ ਇਸ ਗੇਮਸ ਦਾ ਵੀ ਮੋਟੋ ਸੀਗਾ ਕਿ એનર્ਜੀ ਆਫ ਏਸ਼ੀਆ। ਠੀਕ ਆ, ਇਹਦਾ ਕੀ ਸੀਗਾ ਮੋਟੋ, એનર્ਜੀ ਆਫ ਏਸ਼ੀਆ। ਅਗਲਾ ਐਡੀਸ਼ਨ ਵੀ ਆਪਣੇ ਕੋਲ ਹੋਣ ਵਾਲਾ ਵਾ ਵੀ 4 ਸਾਲਾਂ ਬਾਅਦ, ਮਤਲਬ ਕਿ 2022 ਦੇ ਵਿੱਚ, ਅਗਲੇ ਸਾਲ, ਇਹ ਚਾਈਨਾ ਦੇ ਵਿੱਚ। ਠੀਕ ਆ, ਇਹਦਾ ਵੀ ਹਾਲ ਦੀ ਘੜੀ ਮੋਟੋ ਕੀ ਰੱਖਿਆ ਗਿਆ, ਹਾਰਟ ਟੂ ਹਾਰਟ। ਠੀਕ ਆ ਨਾ, ਦਿਲ ਸੇ ਦਿਲ, ਬਾਕੀ ਚੇਂਜ ਕਰ ਦੇਣ, ਕੁਝ ਕਹਿ ਨਹੀਂ ਸਕਦੇ ਆਪਾਂ। ਠੀਕ ਆ, ਚਲੋ ਇਹ ਵੀ ਤੁਹਾਡੇ ਬਾਰੇ ਜਾਣਕਾਰੀ ਹੋ ਗਈ ਵੀ 2018 ਦੀਆਂ ਏਸ਼ੀਅਨ ਗੇਮਸ ਤੇ 2022 ਦੀਆਂ ਏਸ਼ੀਅਨ ਗੇਮਸ ਕਿੱਥੇ ਕਿੱਥੇ ਹੋਈਆਂ। ਇਹਨੂੰ ਜ਼ਰੂਰ ਯਾਦ ਕਰ ਲਿਓ ਕਿ ਇਦਾਂ ਦੀ ਚੀਜ਼ਾਂ ਬਹੁਤ ਵਾਰੀ ਪੁੱਛਦੇ ਆ। ਠੀਕ ਆ, ਅੱਗੇ ਚੱਲਦੇ ਹਾਂ ਵੀ ਆਪਾਂ ਕਹਿੰਦਾ ਕਿ ਜੀਓ ਸਟੇਸ਼ਨਰੀ ਜਿਹੜੀ ਸੈਟੇਲਾਈਟ ਹੁੰਦੀ ਆ ਉਹਦਾ ਵੀ ਆਪਣੇ ਕੋਲ ਪੀਰੀਅਡ ਆਫ ਰੈਵੋਲੂਸ਼ਨ ਕਿੰਨਾ ਹੁੰਦਾ। ਦੇਖੋ ਵੀ ਜੀਓ ਸਟੇਸ਼ਨਰੀ ਦਾ ਮਤਲਬ ਕੀ ਹੁੰਦਾ ਕਿ ਜਿਹੜੀ ਸੈਟੇਲਾਈਟ ਦਾ ਮਤਲਬ ਕਿ ਜਿਹੜਾ ਰੈਵੋਲੂਸ਼ਨ ਪੀਰੀਅਡ ਆ ਉਹ ਆਪਣੀ ਅਰਥ ਦੇ ਨਾਲ ਸੇਮ ਰਵੇ। ਸੋ ਇਹਦਾ ਆਨਸਰ ਆ ਜਾਊਗਾ ਵੀ 1 ਦਿਨ। ਇਹਦਾ ਇਹ ਯੂਜ਼ ਕਿੱਥੇ ਕਰਦੇ, ਜਿੱਦਾਂ ਮੰਨ ਲਓ ਵੀ ਆਪਣੀ ਅਰਥ ਵਾ, ਇਹਦੇ ਨਾ ਉੱਪਰ ਆਪਾਂ ਨੂੰ ਪਤਾ ਕਿ ਅਰਥ ਇੱਦਾਂ ਰੋਟੇਟ ਹੁੰਦੀ ਹੈ। ਠੀਕ ਆ ਨਾ, ਰੋਟੇਸ਼ਨ ਕਰਦੀ ਰਹਿੰਦੀ ਹੈ। ਸੋ ਆਪਾਂ ਵੀ ਇਹਦੇ ਉੱਪਰ ਇੱਕ ਨਾ ਸੈਟੇਲਾਈਟ ਇੱਦਾਂ ਰੱਖਣੀ ਆ ਵੀ ਉਹ ਵੀ ਅਰਥ ਦੇ ਨਾਲ ਹੀ ਰੋਟੇਟ ਕਰੀ ਜਾਵੇ। ਮਤਲਬ ਇਹਨੇ ਹਮੇਸ਼ਾ ਅਰਥ ਦੇ ਉੱਪਰ ਇੱਕ ਸੇਮ ਜਗ੍ਹਾ ਦੇ ਉੱਪਰ ਹੀ ਆਪਣੀ ਆਬਜ਼ਰਵੇਸ਼ਨ ਰੱਖਣੀ। ਮੰਨ ਲਓ ਆਪਾਂ ਇੰਡੀਆ ਦੇ ਉੱਤੇ ਹੁਣੇ ਆਪਣੀ ਇੱਕ ਸੈਟੇਲਾਈਟ ਛੱਡੀ ਹੋਈ ਹੈ, ਉਹ ਨਾਲ ਦੀ ਨਾਲ ਅਰਥ ਦੇ ਨਾਲ ਹੀ ਗੋਲ ਮਤਲਬ ਕਿ ਰਿਵੋਲਵ ਕਰੀ ਜਾਵੇ ਤੇ ਹਮੇਸ਼ਾ ਇੰਡੀਆ ਦੇ ਉੱਤੇ ਹੀ ਰਹੇ, ਇੱਧਰ ਉੱਧਰ ਨਾ ਜਾਵੇ ਕਿਤੇ। ਇਹਨੂੰ ਆਪਾਂ ਕਹਿੰਦੇ ਹੁੰਦੇ ਵੀ ਜੀਓ ਸਟੇਸ਼ਨਰੀ ਇਹ ਸੈਟੇਲਾਈਟ। ਠੀਕ ਆ, ਸੋ ਇਹਦਾ ਆਨਸਰ ਆਇਆ ਨਾ ਵੀ 1 ਡੇ। ਠੀਕ ਆ, ਸੋ ਇਹ ਗੱਲ ਤੁਸੀਂ ਯਾਦ ਰੱਖਣੀ। ਓਕੇ ਆ ਵੀ, ਅੱਗੇ ਚੱਲਦੇ ਹਾਂ। ਵਾਟ ਇਜ਼ ਦਾ ਮੋਟੋ ਆਫ ਦੀ 18th ਏਸ਼ੀਅਨ ਗੇਮਸ। ਦੇਖੋ ਵੀ ਹੁਣੇ ਆਪਾਂ ਇਹ ਗੱਲ ਕਹੀ ਸੀਗੀ 2018 ਦੀਆਂ ਜਿਹੜੀਆਂ ਗੇਮਸ ਹੋਈਆਂ ਸੀਗੀਆਂ ਵੀ ਉਹਨਾਂ ਦਾ ਇਹਨਾਂ ਨੇ ਮੋਟੋ ਪੁੱਛਿਆ ਹੋਇਆ। ਇਹਦਾ ਕੀ ਆਊਗਾ ਆਨਸਰ ਵੀ ਆਪਣੇ ਕੋਲ એનર્ਜੀ ਆਫ ਏਸ਼ੀਆ। ਮੈਂ ਤੁਹਾਨੂੰ ਹੁਣੇ ਦੱਸਿਆ ਸੀਗਾ એનર્ਜੀ ਆਫ ਏਸ਼ੀਆ ਵੀ ਇਹਨਾਂ ਗੇਮਸ ਦਾ ਸੀਗਾ ਮੋਟੋ। ਜਿਹੜੀਆਂ 18th ਏਸ਼ੀਅਨ ਗੇਮਸ ਇੰਡੋਨੇਸ਼ੀਆ ਜਕਾਰਤਾ ਦੇ ਵਿੱਚ ਹੋਈਆਂ ਵਾ। ਠੀਕ ਹੈ, 2018 ਦੇ ਵਿੱਚ ਇਹਨਾਂ ਦਾ ਆਪਾਂ ਨੂੰ ਪੁੱਛਿਆ ਗਿਆ, ਕਿਉਂਕਿ ਉਸ ਤੋਂ ਬਾਅਦ 'ਚ ਹੁਣ ਵੀ 2022 'ਚ ਹੋਣੀ ਹੈ। ਇਸ ਕਰਕੇ ਹੁਣ ਤੱਕ ਦੀਆਂ ਤਾਂ 2018 ਵਾਲੀਆਂ ਹੋਈਆਂ ਉਹਨਾਂ ਬਾਰੇ ਪੁੱਛਿਆ ਜਾ ਸਕਦਾ ਵਾ, ਜਾਂ ਉਸ ਤੋਂ ਅਗਲੀਆਂ ਕਿੱਥੇ ਹੋਣੀਆਂ ਹੁੰਦੀਆਂ ਉਹਨਾਂ ਬਾਰੇ ਪੁੱਛਿਆ ਜਾਂਦਾ ਹੁੰਦਾ। ਠੀਕ ਹੈ, ਅੱਗੇ ਚੱਲਦੇ ਹਾਂ ਵੀ ਕਹਿੰਦਾ ਕਿ ਏਜ ਆਫ ਦੀ ਰਿਟਾਇਰਮੈਂਟ ਆਫ ਦੀ ਸੁਪਰੀਮ ਕੋਰਟ ਜੱਜ। ਠੀਕ ਆ, ਸੁਪਰੀਮ ਕੋਰਟ ਜੱਜ ਦੀ ਏਜ ਆਫ ਰਿਟਾਇਰਮੈਂਟ ਕੀ ਆ ਵੀ, ਇਹ ਹੈਗੀ ਵੀ ਆਪਣੇ ਕੋਲ 65 ਸਾਲ। ਠੀਕ ਆ, ਹਾਲ ਦੀ ਘੜੀ ਤਾਂ 65 ਸਾਲ ਆ, ਬਾਕੀ ਚੇਂਜ ਹੋਵੇ ਤਾਂ ਤੁਸੀਂ ਧਿਆਨ ਰੱਖਣਾ। ਠੀਕ ਆ, 65 ਸਾਲ ਦੀ ਉਮਰ ਆ ਵੀ ਰਿਟਾਇਰਮੈਂਟ ਦੀ। ਠੀਕ ਆ, ਇਹ ਗੱਲ ਯਾਦ ਰੱਖਣੀ। ਤੇ ਅੱਜ ਵੀ ਆਪਣੇ CJI ਕੌਣ ਆ ਵੀ, ਚੀਫ ਜਸਟਿਸ ਆਫ ਇੰਡੀਆ। ਬਹੁਤ ਵਾਰੀ ਪੁੱਛਿਆ ਜਾਂਦਾ ਵੀ ਪੇਪਰਾਂ ਦੇ ਵਿੱਚ। ਠੀਕ ਆ, ਨਾਮ ਯਾਦ ਰੱਖਿਓ ਵੀ NV ਰਮਣਾ। ਠੀਕ ਆ, NV ਰਮਣਾ। ਠੀਕ ਆ, ਹੋ ਸਕਦਾ ਮੈਂ ਪੰਜਾਬੀ ਦੇ ਵਿੱਚ ਇਹਨਾਂ ਦਾ ਨਾਮ ਥੋੜਾ ਜਿਹਾ ਅਲੱਗ ਵੇ ਦੇ ਨਾਲ ਪ੍ਰੋਨਾਊਂਸ ਕਰਦਾ ਹੋਵਾਂ। ਠੀਕ ਆ, ਬਾਕੀ ਆਪਾਂ ਦਾ ਯਾਦ ਰੱਖਣਾ ਨਾਮ। ਠੀਕ ਆ, ਇਹ ਆਪਣੇ ਇਸ ਟਾਈਮ 48th ਵੀ ਆਪਣੇ ਚੀਫ ਜਸਟਿਸ ਆਏ। ਠੀਕ ਆ, 48ਵੇਂ। ਤੇ ਇਸ ਤੋਂ ਤੁਸੀਂ ਵੀ ਪਿਛਲੇ ਵੀ ਯਾਦ ਵੈਸੇ ਰੱਖ ਸਕਦੇ ਹੋ, ਹੁਣ ਤੁਸੀਂ ਆਪ ਹੀ ਸਰਚ ਕਰਿਓ। ਠੀਕ ਆ, ਅੱਗੇ ਚੱਲਦੇ ਹਾਂ ਆਪਾਂ 24th ਦੇਖਦੇ ਹਾਂ। ਕਹਿੰਦਾ ਕਿ ਹੂ ਵਾਜ਼ ਨੋਨ ਐਜ਼ ਦੀ ਪੰਜਾਬ ਕੇਸਰੀ। ਇਹ ਤਾਂ ਵੀ ਆਪਣੇ ਪੰਜਾਬ ਦੇ ਬੱਚੇ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਪੰਜਾਬ ਕੇਸਰੀ ਦੇ ਨਾਮ ਨਾਲ ਕਿਹਨਾਂ ਨੂੰ ਜਾਣਿਆ ਜਾਂਦਾ ਸੀਗਾ, ਲਾਲਾ ਲਾਜਪਤ ਰਾਏ ਨੂੰ। ਠੀਕ ਆ, ਇਹ ਗੱਲ ਤੁਸੀਂ ਯਾਦ ਰੱਖ ਸਕਦੇ ਹੋ। ਸੋ ਇਹਨਾਂ ਬਾਰੇ ਜ਼ਿਆਦਾ ਤੁਹਾਨੂੰ ਕੁਝ ਦੱਸਣ ਦੀ ਲੋੜ ਨਹੀਂ, ਇਹ ਤੁਹਾਨੂੰ ਸਭ ਨੂੰ ਜ਼ਰੂਰ ਪਤਾ ਹੋਊਗਾ। ਪੰਜਾਬ ਕੇਸਰੀ ਦੇ ਨਾਮ ਦੇ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਸੀਗਾ। ਠੀਕ ਆ, ਅੱਗੇ ਚੱਲੀਏ ਵੀ। ਚਲੋ 35ਵਾਂ ਕਹਿੰਦਾ ਹੂ ਬਿਕੇਮ ਫਸਟ ਇੰਡੀਅਨ ਵੂਮਨ ਕ੍ਰਿਕਟਰ ਟੂ ਸਕੋਰ ਦੀ 2000 ਰਨਸ ਇਨ ਦੀ T20 ਇੰਟਰਨੈਸ਼ਨਲ ਮੈਚਸ। ਠੀਕ ਆ, ਇਹ ਦੇਖੋ ਵੀ ਇੱਥੇ ਇੰਡੀਅਨ ਵੂਮਨ ਕ੍ਰਿਕਟਰ ਪੁੱਛਿਆ ਹੈ। ਇਹ ਵੀ ਇੰਡੀਅਨ ਹੀ ਸਭ ਤੋਂ ਪਹਿਲੀ ਹੋਈ ਆ ਵੀ ਕ੍ਰਿਕਟਰ, ਚਾਹੇ ਤੁਸੀਂ ਵੂਮਨ ਚੋਂ ਲਾ ਲਓ ਚਾਹੇ ਤੁਸੀਂ ਮੈਨ ਚੋਂ ਲਾ ਲਓ, ਜਿਹਨੇ ਕਿ 2000 ਸਕੋਰ ਬਣਾਈ ਹੋਈ T20 ਇੰਟਰਨੈਸ਼ਨਲ ਮੈਚਸ ਦੇ ਵਿੱਚ। ਠੀਕ ਆ, ਇਹ ਵੀ ਆਪਣੇ ਕੋਲ ਆਉਣੀ ਆ ਵੀ ਆਪਣੀ ਮਿਥਾਲੀ ਰਾਜ। ਠੀਕ ਆ, ਮਿਥਾਲੀ ਰਾਜ ਵੀ ਦਾ ਆਨਸਰ ਆ D। ਠੀਕ ਆ, ਤੇ ਮਿਥਾਲੀ ਰਾਜ ਬਾਰੇ ਵੀ ਹੋਰ ਤੁਸੀਂ ਗੱਲਾਂ ਯਾਦ ਰੱਖ ਸਕਦੇ ਆ ਵੀ ਇੰਟਰਨੈਸ਼ਨਲ ਵੂਮਨ ਕ੍ਰਿਕਟ ਦੇ ਵਿੱਚ ਹਾਈਐਸਟ ਰਨ ਸਕੋਰਰ ਆ ਵੀ, ਜਿੱਦਾਂ ਆਪਣੇ ਹੁੰਦੇ ਸੀਗੇ ਵੀ ਸਚਿਨ ਤੰਦੂਲਕਰ ਦੇ ਇੱਕ ਮਤਲਬ ਕਿ ਸਭ ਤੋਂ ਜ਼ਿਆਦਾ ਸਕੋਰ ਹੁੰਦੇ ਸੀਗੇ, ਉੱਦਾਂ ਹੀ ਮਿਥਾਲੀ ਰਾਜ ਦੇ ਵੀ ਇੰਟਰਨੈਸ਼ਨਲ ਵੂਮਨ ਕ੍ਰਿਕਟ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਰਨ ਇਹਨਾਂ ਨੇ ਬਣਾਏ ਹੋਏ, ਮਤਲਬ ODI ਵਗੈਰਾ ਦੇ ਵਿੱਚ ਵੀ। ਠੀਕ ਆ, ਤੇ 7000 ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ। ਠੀਕ ਆ, ODI ਦੇ ਵਿੱਚ ਇਹੀ ਸਿਰਫ ਇੱਕ ਆ ਵੀ ਫੀਮੇਲ ਇਹ ਕ੍ਰਿਕਟਰ ਜਿਹਨੇ ਕਿ 7000 ਤੋਂ ਜ਼ਿਆਦਾ ਸਕੋਰ ਬਣਾਏ ਹੋਏ ਆ ਵੀ। ਠੀਕ ਆ, ਤੇ ODIs ਦੇ ਵਿੱਚ। ਠੀਕ ਆ, ਤੇ ਇਹ ਵੀ ਗੱਲ ਤੁਸੀਂ ਇਹਨਾਂ ਬਾਰੇ ਯਾਦ ਰੱਖਣੀ ਹੈ। ਠੀਕ ਆ, ਤੇ ਇਸ ਤੋਂ ਇਲਾਵਾ ਵੀ ਆਪਾਂ ਇਹਨਾਂ ਬਾਰੇ ਯਾਦ ਰੱਖ ਸਕਦੇ ਹਾਂ ਵੀ ਇਹਨਾਂ ਨੇ ਸਭ ਤੋਂ ਜ਼ਿਆਦਾ 50 ਬਣਾਈਆਂ ਹੋਈਆਂ ਵੀ। ਠੀਕ ਆ, ਮੋਸਟ ਮਤਲਬ ਕਿ 50s ਇਹਨਾਂ ਨੇ ਬਣਾਈਆਂ ਹੋਈਆਂ। ਠੀਕ ਆ, ਤੇ
ਇਹਦੇ ਨਾਲ ਦੀ ਨਾਲ ਆਪਾਂ ਇਹਨਾਂ ਬਾਰੇ ਵੀ ਗੱਲ ਯਾਦ ਰੱਖ ਸਕਦੇ ਹਾਂ ਵੀ ਇਸ ਤੋਂ ਇਲਾਵਾ ਜਿਹੜੀ ਵੀ ਜੂਲਨ ਗੋਸਵਾਮੀ ਆ ਇਹਨੇ ਸਭ ਤੋਂ ਜ਼ਿਆਦਾ ਵਿਕਟਾਂ ਲਿੱਤੀਆਂ ਹੋਈਆਂ, ਠੀਕ ਆ। ਸੋ ਮੋਸਟ ODI ਦੇ ਵਿੱਚ ਸਭ ਤੋਂ ਜ਼ਿਆਦਾ ਵਿਕਟਸ ਜਿਹੜੀਆਂ ਲਿੱਤੀਆਂ ਹੋਈਆਂ ਉਹ ਹੈਗਾ ਵੀ ਜੂਲਨ ਗੋਸਵਾਮੀ ਇੱਕ ਆਲਰਾਊਂਡਰ ਆ, ਠੀਕ ਆ, ਬਟ ਮੇਨਲੀ ਇਹ ਬੋਲਰ ਵਾਂਗੂ ਐਕਟ ਕਰਦੇ ਆ। ਸੋ ਇਹਨਾਂ ਨੇ ਸਭ ਤੋਂ ਜ਼ਿਆਦਾ ਵਿਕਟਸ ਲਿੱਤੀਆਂ ਹੋਈਆਂ ODIs ਦੇ ਵਿੱਚ, ਠੀਕ ਆ। ਸੋ ਇਹ ਗੱਲ ਵੀ ਤੁਸੀਂ ਯਾਦ ਰੱਖਣੀ ਆ। ਸੋ ਹੁਣ ਨਾਲ ਦੀ ਨਾਲ ਵੀ ਤੁਸੀਂ ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਇੰਡੀਆ ਦੀ ਟੀਮ ਦੇ ਜਿਹੜੀ ਵੂਮਨ ਕ੍ਰਿਕਟਰ ਟੀਮ ਆ ਉਹਨਾਂ ਦੇ ਅਲੱਗ-ਅਲੱਗ ਜਿੱਦਾਂ T20 ODI ਤੇ ਟੈਸਟ ਦੇ ਵਿੱਚ ਕੈਪਟਨ ਕੌਣ-ਕੌਣ, ਇਹ ਤੁਸੀਂ ਵੀ ਹੁਣੇ ਸਾਰਿਆਂ ਨੇ ਨੀਚੇ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ। ਜੇ ਤੁਹਾਨੂੰ ਪਤਾ ਹੈ ਤੇ ਦੱਸੋ, ਨਹੀਂ ਤਾਂ ਇੰਟਰਨੈਟ ਤੋਂ ਸਰਚ ਕਰਕੇ ਦੱਸੋ ਤਾਂ ਕਿ ਤੁਹਾਨੂੰ ਵੀ ਇਹਦੇ ਬਾਰੇ ਜਾਣਕਾਰੀ ਹੋ ਸਕੇ, ਠੀਕ ਹੈ। ਅੱਗੇ ਚੱਲਦੇ ਹਾਂ ਵੀ 36ਵੀਂ ਪ੍ਰੋਬਲਮ ਤੇ। ਕਹਿੰਦਾ ਕਿ ਵਿਚ ਸ਼ਡਿਊਲ, ਠੀਕ ਆ, ਲਿਸਟ ਦਾ ਇੰਡੀਅਨ ਲੈਂਗੁਏਜਸ, ਠੀਕ ਆ, ਰੈਕੋਗਨਾਈਜ਼ ਦੀ ਇੰਡੀਅਨ ਲੈਂਗੁਏਜਸ, ਠੀਕ ਆ, ਕਿਹੜੇ ਸ਼ਡਿਊਲ ਦੇ ਵਿੱਚ ਆ ਵੀ ਇਹ ਆਪਣਾ 8th ਸ਼ਡਿਊਲ ਆ ਵੀ, ਠੀਕ ਆ। 8th ਸ਼ਡਿਊਲ ਦੇ ਵਿੱਚ ਆਪਣੇ ਭਾਰਤ ਦੇ ਵਿੱਚ ਭਾਸ਼ਾਵਾਂ ਨੂੰ ਐਡ ਕੀਤਾ ਗਿਆ। ਕਿੰਨੀਆਂ ਭਾਸ਼ਾਵਾਂ ਵਾ ਵੀ ਇਹਦੇ ਵਿੱਚ 22 ਭਾਸ਼ਾਵਾਂ ਵਾ, ਜਿਨ੍ਹਾਂ ਦੇ ਵਿੱਚ ਆਪਣੀ ਪੰਜਾਬੀ ਵੀ ਹੈਗੀ ਹੈ, ਠੀਕ ਆ। ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਹੈਗੀਆਂ ਇਹਦੇ ਵਿੱਚ, ਠੀਕ ਆ। ਗੁਜਰਾਤੀ ਹੋ ਗਈ, ਬੰਗਾਲੀ, ਅਸਮੀਸ, ਬੋਡੋ, ਡੋਗਰੀ, ਹਿੰਦੀ, ਕੰਨੜਾ, ਕਸ਼ਮੀਰੀ ਦਾ ਬਹੁਤ ਸਾਰੀਆਂ ਵਾ ਵੀ ਆਪਾਂ ਸਾਰੇ ਤਾਂ ਚਲੋ ਯਾਦ ਨਹੀਂ ਰੱਖ ਸਕਦੇ। ਇਹਨਾਂ ਦੇ ਵਿੱਚ ਗੱਲ ਯਾਦ ਰੱਖਿਓ ਵੀ ਨੇਪਾਲੀ ਭਾਸ਼ਾ ਵੀ ਹੈ ਇਹਦੇ ਵਿੱਚ, ਠੀਕ ਆ। ਸੋ ਇਹ ਵੀ ਗੱਲ ਯਾਦ ਰੱਖਣੀ ਵੀ ਇਹ ਵੀ ਭਾਸ਼ਾ ਇਹਦੇ ਵਿੱਚ ਐਡ ਕੀਤੀ ਹੋਈ ਹੈ, ਠੀਕ ਆ। ਇਹਦੇ ਵਿੱਚ ਉਰਦੂ ਵੀ ਹੈਗੀ ਆ ਵੀ, ਠੀਕ ਆ। ਇਹਦੇ ਵਿੱਚ ਸਿੰਧੀ ਵੀ ਹੈਗੀ ਹੈ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਨੇ ਇਹਦੇ ਵਿੱਚ, ਠੀਕ ਆ। ਅੱਗੇ ਚੱਲਦੇ ਹਾਂ ਵੀ 37ਵਾਂ। ਕਹਿੰਦਾ ਕਿ ਵੇਅਰ ਇਜ਼ ਮਰੀਨਾ ਟ੍ਰੈਂਚ ਲੋਕੇਟਡ। ਹੁਣ ਇਹ ਵੀ ਮਰੀਨਾ ਟ੍ਰੈਂਚ ਆ ਜਿਹੜਾ ਇਹ ਹੈ ਕੀ ਆ ਵੀ ਆਪਣਾ ਡੀਪੈਸਟ ਨੋਨ ਪੁਆਇੰਟ ਔਨ ਅਰਥ ਵਾ, ਠੀਕ ਆ। ਆਪਣੀ ਮਤਲਬ ਅਰਥ ਦੇ ਉੱਪਰ ਵੀ ਸਭ ਤੋਂ ਡੂੰਘੀ ਜਗ੍ਹਾ ਵਾ ਵੀ ਇਹ ਡੀਪੈਸਟ ਨੋਨ ਪੁਆਇੰਟ ਵੀ ਇਹ ਸਮੁੰਦਰ ਦੇ ਵਿੱਚ ਆ, ਪੈਸੀਫਿਕ ਓਸ਼ੀਅਨ ਦੇ ਵਿੱਚ, ਠੀਕ ਆ। ਪੈਸੀਫਿਕ ਓਸ਼ੀਅਨ ਦੇ ਵਿੱਚ ਵੀ ਇਹ ਤੁਹਾਨੂੰ ਜਿਹੜਾ ਵਾ ਇਹ ਜਿਹੜਾ ਡੀਪੈਸਟ ਪੁਆਇੰਟ ਮਿਲ ਜੂਗਾ, ਠੀਕ ਆ। ਤੇ ਇਹ ਦੇਖੋ ਵੀ ਘੱਟੋ ਘੱਟ ਤੁਸੀਂ ਕਹਿ ਸਕਦੇ ਆ ਕਿ ਇਹਦੀ ਜਿਹੜੀ ਡੈਪਥ ਵਾ ਉਹ ਅਪਰੋਕਸੀਮੇਟਲੀ ਆਪਣੇ ਕੋਲ 10,000 ਮੀਟਰ ਤੋਂ ਉੱਪਰ, ਠੀਕ ਆ। ਮਤਲਬ ਜੇ ਤੁਸੀਂ ਇਹਦੇ ਵਿੱਚ ਮਾਊਂਟ ਐਵਰੈਸਟ ਨੂੰ ਰੱਖ ਦੋ, ਠੀਕ ਆ, ਤੇ ਉਹ ਵੀ ਇਹਦੇ ਅੰਦਰ ਹੀ ਸਾਰੀ ਦੀ ਸਾਰੀ ਸਮਾ ਜਾਵੇ, ਇੰਨੀ ਜ਼ਿਆਦਾ ਇਹ ਡੂੰਘੀ, ਠੀਕ ਆ, ਮਰੀਨਾ ਟ੍ਰੈਂਚ ਆ ਜਿਹੜੀ ਇਹ, ਓਕੇ ਆ ਵੀ। ਤੇ ਇਹ ਵੀ ਆਪਣੀ ਮਤਲਬ ਕਿ ਵੈਸਟਰਨ ਜਿਹੜਾ ਆਪਣਾ ਪੈਸੀਫਿਕ ਓਸ਼ੀਅਨ ਆ ਉਹਦੇ ਵਿੱਚ ਇਹ ਪੈਂਦੀ ਹੈ, ਇਹ ਤੁਸੀਂ ਯਾਦ ਰੱਖਣੀ ਹੈ, ਠੀਕ ਆ। ਤੇ ਹੁਣ ਤੁਸੀਂ ਵੀ ਇਹ ਗੱਲ ਦੱਸਣੀ ਆ ਕਿ ਆਪਣਾ ਪੈਸੀਫਿਕ ਓਸ਼ੀਅਨ ਕਿੱਥੇ। ਹੁਣ ਦੇਖੋ ਵੀ ਓਸ਼ੀਅਨ ਦੇ ਬਾਰੇ ਮੈਂ ਥੋੜਾ ਜਿਹਾ ਤੁਹਾਨੂੰ ਵੈਸੇ ਇੱਥੇ ਜਾਣਕਾਰੀ ਜ਼ਰੂਰ ਦੱਸੂਗਾ। ਦੇਖੋ ਵੀ ਇਹ ਜਿਹੜਾ ਆਪਣੇ ਕੋਲ ਪੈਸੀਫਿਕ ਓਸ਼ੀਅਨ ਆ ਇਹ ਵੀ ਆਪਣੇ ਕੋਲ ਜਿਹੜਾ ਇੱਧਰਲੀ ਸਾਈਡ ਤੇ ਚਾਈਨਾ ਰੂਸ ਵਾਲਾ ਹਿੱਸਾ ਵਾ ਨਾ, ਜੇ ਤੁਸੀਂ ਮੈਪ ਦੇਖੋਗੇ ਰੂਸ ਵਗੈਰਾ ਹੋ ਗਿਆ, ਮਤਲਬ ਕਿ ਰਸ਼ੀਆ ਚਾਈਨਾ ਜਿਹੜਾ ਆਪਣੇ ਵਾਲਾ ਸਾਰਾ ਇੱਕ ਮਤਲਬ ਹਿੱਸਾ ਆ ਜਾਂਦਾ, ਏਸ਼ੀਆ ਯੂਰਪ ਵਾਲਾ, ਤੇ ਇੱਧਰਲੀ ਸਾਈਡ ਤੇ ਵੀ ਅਮਰੀਕਾ ਵਾਲਾ ਜਿਹੜਾ ਹਿੱਸਾ ਵਾ, ਇਹਨਾਂ ਦੋਨਾਂ ਦੇ ਵਿਚਕਾਰ ਵੀ ਇਹ ਹੁੰਦਾ ਕਿ ਪੈਸੀਫਿਕ ਓਸ਼ੀਅਨ ਆ, ਠੀਕ ਆ। ਇਹ ਵੀ ਸਭ ਤੋਂ ਵੱਡਾ ਓਸ਼ੀਅਨ ਆ, ਠੀਕ ਆ। ਪੈਸੀਫਿਕ ਓਸ਼ੀਅਨ ਇਹਨਾਂ ਦੇ ਵਿਚਕਾਰ ਪੈਂਦਾ ਵਾ ਵੀ, ਠੀਕ ਆ। ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਓਕੇ ਵੀ। ਤੇ ਆਪਣੇ ਵੀ ਇੰਡੀਆ ਦੇ ਮਤਲਬ ਥੱਲੇ ਤੁਸੀਂ ਜਾਓਗੇ, ਇੰਡੀਆ ਤੋਂ ਥੱਲੇ ਨੂੰ ਆਸਟ੍ਰੇਲੀਆ ਵੱਲ ਨੂੰ ਜਾਓਗੇ, ਉੱਥੇ ਆ ਜਾਂਦਾ ਵੀ ਇੰਡੀਅਨ ਓਸ਼ੀਅਨ। ਤੇ ਅਮਰੀਕਾ ਤੇ ਜਿਹੜਾ ਬਾਅਦ ਚੋਂ ਇੱਧਰਲੀ ਸਾਈਡ ਤੇ ਆਪਣੇ ਕੋਲ ਯੂਰਪ ਤੇ ਅਫਰੀਕਾ ਵਾਲਾ ਹਿੱਸਾ ਆ ਜਾਂਦਾ, ਠੀਕ ਆ। ਉਹਨਾਂ ਦੇ ਵਿਚਕਾਰ ਵੀ ਜਿਹੜਾ ਓਸ਼ੀਅਨ ਪੈਂਦਾ ਉਹ ਆਪਣੇ ਕੋਲ ਹੈਗਾ ਵੀ ਅਟਲਾਂਟਿਕ ਓਸ਼ੀਅਨ, ਉਹ ਹੈਗਾ ਵੀ ਅਟਲਾਂਟਿਕ ਓਸ਼ੀਅਨ, ਠੀਕ ਆ। ਇੰਡੀਅਨ ਓਸ਼ੀਅਨ ਇੰਡੀਆ ਦੇ ਥੱਲੇ ਹੋ ਗਿਆ, ਤੇ ਆਪਣਾ ਵੀ ਇਹਦੇ ਵਿੱਚ ਪੈਸੀਫਿਕ ਓਸ਼ੀਅਨ ਇਹਨਾਂ ਦੋਨਾਂ ਵਿਚਕਾਰ ਹੋ ਗਿਆ, ਤੇ ਆਪਣੇ ਕੋਲ ਆਰਕਟਿਕ ਓਸ਼ੀਅਨ ਤਾਂ ਉੱਪਰ ਹੋ ਜਾਂਦਾ ਵੀ ਨਾਰਥ ਪੋਲ ਵੱਲ ਨੂੰ, ਉੱਥੇ ਹੋ ਜਾਂਦਾ ਆਰਕਟਿਕ ਓਸ਼ੀਅਨ। ਅੱਗੇ ਦੇਖਦੇ ਹਾਂ ਵੀ 38ਵਾਂ ਕੁਐਸਚਨ। ਕਹਿੰਦਾ ਕਿ ਜਿਹੜੀ 8th ਬ੍ਰਿਕਸ ਹੋਈ ਆ, 8th ਬ੍ਰਿਕਸ ਨਹੀਂ ਵੀ ਇਹਦੇ ਵਿੱਚ ਵੀ ਬੜੀ ਆਪਾਂ ਨੂੰ ਕਨਫਿਊਜ਼ਨ ਹੋ ਜਾਂਦੀ ਆ। ਕਹਿੰਦਾ ਕਿ ਜਿਹੜੀ 8th ਬ੍ਰਿਕਸ ਦੇ ਵਿੱਚ ਆਪਣੇ ਕੋਲ ਹੈਲਥ ਮਿਨਿਸਟਰਸ ਦੀ ਮੀਟਿੰਗ ਹੋਈ ਉਹ ਕਿੱਥੇ ਹੋਈ ਸੀ, ਠੀਕ ਆ। 8th ਬ੍ਰਿਕਸ ਹੈਲਥ ਮਿਨਿਸਟਰਸ ਮੀਟਿੰਗ ਹੋਈ ਆ ਵੀ ਸਾਊਥ ਅਫਰੀਕਾ ਦੇ ਵਿੱਚ। ਹੁਣ ਇਹਦੇ ਬਾਰੇ ਹੋਰ ਗੱਲਾਂ ਦੇਖੋ ਵੀ ਸਾਊਥ ਅਫਰੀਕਾ ਦੇ ਵਿੱਚ ਆਪਣੇ ਕੋਲ, ਠੀਕ ਆ, 8th ਜਿਹੜੀ ਜਦੋਂ ਹੋਈ ਆ ਵੀ ਉੱਥੇ ਬ੍ਰਿਕਸ ਦੀ ਹੈਲਥ ਮਿਨਿਸਟਰਸ ਦੀ ਮੀਟਿੰਗ ਇਹ ਹੋਈ ਆ ਵੀ ਸਨ 2018 ਦੇ ਵਿੱਚ, ਠੀਕ ਆ। ਵੀ ਇਹ ਥੋੜੇ ਜਿਹੇ ਆਪਾਂ ਓਲਡ ਪ੍ਰੋਬਲਮਸ ਨੂੰ ਚੁੱਕਿਆ ਸੀਗਾ, ਮੈਂ ਹੁਣ ਦੀ ਵੀ ਤੁਹਾਨੂੰ ਸਾਰੀ ਜਾਣਕਾਰੀ ਇਹਦੇ ਨਾਲ ਦੀ ਨਾਲ ਦੱਸੂਗਾ, ਠੀਕ ਆ। ਸੋ ਉਸ ਟਾਈਮ ਤੇ ਉੱਥੇ ਵੀ ਜਿਹੜੀ ਬ੍ਰਿਕਸ ਦੀ ਸਮਿਟ ਹੋ ਰਹੀ ਸੀ ਉਹ ਸੀਗੀ ਵੀ ਤੁਹਾਡੇ ਕੋਲ ਇਹਦੇ ਵਿੱਚ 10ਵੀਂ ਸੀਗੀ ਵੀ ਉੱਥੇ ਬ੍ਰਿਕਸ ਦੀ ਇਹ ਸਮਿਟ ਹੋ ਰਹੀ, ਠੀਕ ਆ। ਸੋ ਆਪਣੀ ਵੀ ਜਿੰਨਵੀਂ ਉੱਥੇ ਹੈਗੀ ਹੈ ਸਮਿਟ, ਉਸ ਤੋਂ ਤੁਸੀਂ 2 ਸਾਲ ਪਿੱਛੇ ਚੱਲ ਜਾਣਾ ਜੇ ਤੁਸੀਂ ਹੈਲਥ ਮਿਨਿਸਟਰਸ ਦੀਆਂ ਮੀਟਿੰਗਸ ਯਾਦ ਰੱਖਣੀਆਂ, ਠੀਕ ਆ। ਇਸ ਤੋਂ ਬਾਅਦ ਚ ਵੀ ਜੇ ਆਪਾਂ 2019 ਦੇ ਵਿੱਚ ਆ ਜਾਈਏ, ਠੀਕ ਆ, 2019 ਦੇ ਵਿੱਚ ਵੀ ਆਪਣੀ 11th ਹੋਈ ਆ ਵੀ ਫਿਰ ਬ੍ਰਿਕਸ ਦੀ ਸਮਿਟ, ਠੀਕ ਆ। 2019 ਦੇ ਵਿੱਚ ਵੀ ਜਿਹੜੀ ਆਪਣੀ 11th ਹੋਈ ਆ ਬ੍ਰਿਕਸ ਦੀ ਸਮਿਟ ਉਹ ਹੋਈ ਆ ਵੀ ਆਪਣੇ ਕੋਲ ਬ੍ਰਾਜ਼ੀਲ ਦੇ ਵਿੱਚ, ਠੀਕ ਆ, ਓਕੇ। ਤੇ ਵੀ ਬ੍ਰਾਜ਼ੀਲ ਤੋਂ ਬਾਅਦ ਦੇ ਵਿੱਚ ਵੀ 2020 ਦੀ ਜਿਹੜੀ ਸਮਿਟ ਆ, ਠੀਕ ਆ, ਇਹ ਹੋਈ ਆ ਵੀ ਰਸ਼ੀਆ ਦੇ ਵਿੱਚ। ਇਹ ਵੀ ਆਨਲਾਈਨ ਹੀ ਸਾਰਾ ਕੰਮ ਚੱਲਿਆ ਸੀਗਾ, ਤੁਹਾਨੂੰ ਪਤਾ ਹੀ ਹੈ, ਠੀਕ ਆ।
ਇਹ ਸੀਗੀ ਵੀ ਆਪਣੇ ਕੋਲ 12ਵੀਂ ਸਮਿਟ ਬ੍ਰਿਕਸ ਦੀ, ਇਹ ਹੋਈ ਸੀਗੀ ਰਸ਼ੀਆ ਦੇ ਵਿੱਚ, ਠੀਕ ਆ। ਤੇ 2021 ਦੀ ਵੀ ਜਿਹੜੀ ਸਮਿਟ ਆ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ, ਜਿਹੜੀ ਹੁਣ ਚੱਲ ਰਹੀ ਹੈ ਇਸ ਵਕਤ। ਇਹ ਆਪਣੇ ਕੋਲ ਵੀ ਐਡੀਸ਼ਨ ਹੈਗਾ ਵੀ ਇਸ ਸਮਿਟ ਦਾ, ਇਹਦੇ ਵਿੱਚ 13th, ਇਹ ਵੀ ਆਪਣੇ ਇੰਡੀਆ 'ਚ ਹੋ ਰਹੀ, ਠੀਕ ਆ। ਹੁਣ ਦੇਖੋ ਵੀ ਬ੍ਰਿਕਸ ਦਾ ਕੀ ਮਤਲਬ ਹੁੰਦਾ ਵੀ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਇਹ ਸਾਰੇ ਇੱਕ ਇੱਕ ਵਾਰੀ ਇਸ ਚੀਜ਼ ਨੂੰ ਹੋਸਟ ਕਰਦੇ। ਸੋ ਵੀ ਇਸ ਤੋਂ ਬਾਅਦ ਦੇ ਵਿੱਚ ਆ ਵੀ ਆਪਣੇ ਕੋਲ ਪ੍ਰੋਬਲਮ ਕਿ ਔਨ ਵਿਚ ਅਮੰਗ ਦੀ ਫੋਲੋਇੰਗ ਕੋਰਟਸ ਵਿਬਲਡਨ ਚੈਂਪੀਅਨਸ਼ਿਪ ਇਜ਼ ਪਲੇਡ, ਠੀਕ ਆ। ਵਿਬਲਡਨ ਜਿਹੜੀ ਵੀ ਆਪਣੀ ਚੈਂਪੀਅਨਸ਼ਿਪ ਹੁੰਦੀ ਆ ਵੀ ਇਹ ਕਿਹੜੇ ਸਪੋਰਟਸ ਨਾਲ ਰਿਲੇਟਡ ਆ ਵਿਦ ਦੀ, ਇਹ ਟੈਨਿਸ ਦੇ ਨਾਲ ਵੀ ਇਹ ਰਿਲੇਟਡ ਆ। ਤੇ ਇਹ ਵੀ ਆਪਣੀ ਕਿਹੜੀ ਜਗ੍ਹਾ ਖੇਲੀ ਜਾਂਦੀ ਹੈ, ਵੀ ਆਪਣੇ ਇੰਗਲੈਂਡ ਦੇ ਵਿੱਚ ਖੇਲੀ ਜਾਂਦੀ ਹੈ ਇਹ, ਠੀਕ ਆ। ਤੇ ਇਹ ਵੀ ਖੇਲੀ ਜਾਂਦੀ ਹੈ ਵੀ ਗਰਾਸ ਕੋਰਟ ਦੇ ਉੱਪਰ, ਕਿਉਂਕਿ ਸ਼ੁਰੂ ਦੇ ਵਿੱਚ ਵੀ ਜਿਹੜੀ ਕਿ ਇਹ ਵਾਲੀ ਸਪੋਰਟ ਆ ਇਹ ਸਿਰਫ ਗਰਾਸ ਕੋਰਟ ਦੇ ਉੱਤੇ ਖੇਲੀ ਜਾਂਦੀ ਸੀਗੀ। ਅੱਜ ਕੱਲ੍ਹ ਵੀ ਇਹਦੇ ਨਾਲ ਰਿਲੇਟਡ ਹੋਰ ਵੀ ਬਹੁਤ ਸਾਰੀਆਂ ਕੋਰਟਸ, ਮਤਲਬ ਕਿ ਹੋਰ ਵੀ ਬਹੁਤ ਸਾਰੇ ਜਿਹੜੇ ਇਹ ਸਰਫੇਸ ਆ ਉਹ ਯੂਜ਼ ਕਰਨੇ ਸ਼ੁਰੂ ਹੋ ਗਏ ਆ। ਸ਼ੁਰੂ ਦੇ ਵਿੱਚ ਇਹ ਸਿਰਫ ਗਰਾਸ ਦੇ ਉੱਪਰ ਖੇਲਣੀ ਸ਼ੁਰੂ ਕੀਤੀ ਗਈ ਸੀਗੀ, ਠੀਕ ਆ। ਇਹ ਤੁਸੀਂ ਵੀ ਗੱਲ ਯਾਦ ਰੱਖਣੀ ਹੈ। ਤੇ ਇਹਦੇ ਨਾਲ ਵੀ ਤੁਸੀਂ ਇਹ ਵੀ ਗੱਲ ਯਾਦ ਰੱਖ ਸਕਦੇ ਹੋ ਕਿ ਰੀਸੈਂਟਲੀ 2021 ਦੇ ਵਿੱਚ ਵੀ ਇਹ ਗ੍ਰੈਂਡ ਸਲੈਮ ਹੋਇਆ ਵਾ, ਠੀਕ ਆ। ਇਹ ਟੈਨਿਸ ਦੇ ਵੀ 4 ਮੇਨ ਗ੍ਰੈਂਡ ਸਲੈਮਸ ਹੁੰਦੇ ਆ, ਤੇ ਇੱਕ ਦੇ ਵੀ US ਓਪਨ, ਆਸਟ੍ਰੇਲੀਅਨ ਓਪਨ, ਫ੍ਰੈਂਚ ਓਪਨ, ਤੇ ਚੌਥਾ ਹੁੰਦਾ ਵੀ ਵਿਬਲਡਨ ਦਾ, ਠੀਕ ਆ। ਤੇ ਵਿਬਲਡਨ ਹੀ ਸਿਰਫ ਗਰਾਸ ਤੇ ਖੇਲੀ ਜਾਂਦੀ ਹੈ। 2021 ਦਾ ਵੀ ਇਹ ਜਿੱਤਿਆ ਵਾ ਨੋਵੈਕ ਡਜੋਕੋਵਿਕ ਨੇ, ਜਿਹੜੇ ਕਿ ਸਰਬੀਅਨ ਪਲੇਅਰ ਆ। ਤੇ ਵੂਮੈਨਸ ਦੇ ਵਿੱਚ ਇਹ ਜਿੱਤਿਆ ਵੀ ਐਸ਼ਲੇ ਬਾਰਟੀ ਨੇ, ਜਿਹੜੇ ਕਿ ਆਸਟ੍ਰੇਲੀਅਨ ਆ, 2021 ਦਾ, ਠੀਕ ਆ। ਨੋਵੈਕ ਡਜੋਕੋਵਿਕ ਨੇ ਤੇ ਇੱਕ ਐਸ਼ਲੇ ਬਾਰਟੀ ਨੇ, ਠੀਕ ਆ। ਇਹ 2021 ਦੇ ਵਿਜੇਤਾ ਵਾ ਵਿਬਲਡਨ ਜਿਹੜਾ ਹੋਇਆ ਗ੍ਰੈਂਡ ਸਲੈਮ ਹੋਏ, ਠੀਕ ਹੈ। ਅੱਗੇ ਚੱਲਦੇ ਹਾਂ। ਮਹਾਭਾਰਤ ਐਪਿਕ ਦੇ ਵਿੱਚ ਜਿਹੜੀ ਵੀ ਇੰਦੂਸ ਰਿਵਰ ਆ ਉਹਨੂੰ ਕੀ ਕਿਹਾ ਗਿਆ ਵੀ ਉਹਨੂੰ ਕਿਹਾ ਗਿਆ 6ਵੀਂ ਰਿਵਰ, ਠੀਕ ਆ। ਆਪਣੇ ਪੰਜਾਬ ਦੇ ਵਿੱਚ ਸੀਗੀਆਂ 5 ਰਿਵਰਸ, ਉਸ ਤੋਂ ਬਾਹਰਲੇ ਇਲਾਕੇ ਦੇ ਵਿੱਚ ਵੀ ਇਹ ਇੱਕ ਰਿਵਰ ਨੂੰ 6ਵੀਂ ਰਿਵਰ ਉਹਨਾਂ ਨੇ ਨਾਮ ਦਿੱਤਾ ਸੀਗਾ। ਸੋ ਇਹ ਉਹਦੇ ਹਿਸਾਬ ਨਾਲ 6ਵੀਂ ਰਿਵਰ ਬਣਦੀ ਸੀਗੀ, ਠੀਕ ਹੈ। ਅੱਗੇ ਕਹਿੰਦੇ ਵੀ ਇੱਕ ਆਪਣੀ ਪੰਜਾਬੀ ਭਾਸ਼ਾ ਦਾ ਇੱਕ ਮਤਲਬ ਉਹਦੀ ਇੱਕ ਉਪਭਾਸ਼ਾ ਵਾ ਵੀ, ਠੀਕ ਆ। ਪੰਜਾਬੀ ਦੀ ਹਿੰਦੀ ਉਪਭਾਸ਼ਾ ਕਿਸ ਇਲਾਕੇ ਦੇ ਵਿੱਚ ਹੁੰਦੀ ਆ ਵੀ ਇਹ ਹੁੰਦੀ ਵੀ ਮੁਲਤਾਨ ਤੇ ਝੰਗ ਦੇ ਇਲਾਕੇ ਦੇ ਵਿੱਚ, ਠੀਕ ਆ। ਕਿਉਂਕਿ ਬਾਕੀ ਸਾਰੇ ਤਾਂ ਆਪਣਾ ਮਤਲਬ ਇੱਧਰਲਾ ਹਿੱਸਾ ਆਪਣਾ ਜਿਹੜਾ ਇਸ ਟਾਈਮ ਪੰਜਾਬ ਇੰਡੀਆ ਵਾਲਾ ਉਹਦੇ ਵਿੱਚ ਆ ਜਾਂਦੇ ਵੀ ਆ ਸਾਰੇ, ਲੁਧਿਆਣਾ, ਰੋਪੜ, ਜਲੰਧਰ, ਦੁਆਬ ਜਾਂ ਫਿਰ ਮਾਝਾ ਰੀਜਨ, ਉੱਥੋਂ ਦੀ ਨਹੀਂ ਹੈਗੀ ਵੀ ਇਹ ਬੋਲੀ ਹੈਗੀ ਵੀ ਮੁਲਤਾਨ ਰੀਜਨ ਦੀ, ਠੀਕ ਆ। ਅੱਗੇ ਚੱਲਦੇ ਵੀ ਹੜੱਪਾ ਸਭਿਅਤਾ ਦੇ ਸਮੇਂ ਦੇ ਜਿਹੜੇ ਹਥਿਆਰ ਸੀਗੇ ਵੀ ਉਹ ਕਿਸ ਚੀਜ਼ ਦੇ ਨਹੀਂ ਬਣਦੇ ਸੀ, ਉਹ ਵੀ ਆਇਰਨ ਦੇ ਨਹੀਂ ਬਣੇ ਹੁੰਦੇ ਸੀਗੇ। ਸੋ ਇਹ ਆਪਣਾ ਡੀ ਆਪਸ਼ਨ ਸਹੀ ਹੋ ਜਾਊਗਾ, ਉਦੋਂ ਆਇਰਨ ਦੇ ਹਥਿਆਰ ਨਹੀਂ ਹੁੰਦੇ ਸੀਗੇ, ਠੀਕ ਆ। ਅੱਗੇ ਆ ਗਿਆ ਕਹਿੰਦਾ ਕਿ ਰਿਗ ਵੇਦਾ ਦੇ ਵਿੱਚ ਸਤਲੁਜ ਰਿਵਰ ਦਾ ਨਾਮ ਕੀ ਆ ਵੀ ਸਤਲੁਜ ਰਿਵਰ ਦਾ ਨਾਮ ਵੀ ਤੁਹਾਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਵੀ ਸ਼ਤੁਰਦੀ, ਠੀਕ ਆ। ਸ਼ਤੁਦਰੀ, ਠੀਕ ਆ। ਸ਼ਤੁਦਰੀ ਵੀ ਸਤਲੁਜ ਰਿਵਰ ਦਾ ਨਾਮ ਸੀਗਾ ਵੀ ਰਿਗ ਵੇਦਾ ਦੇ ਸਮੇਂ ਦੇ ਵਿੱਚ। ਤੇ ਵਿਪਾਸ਼ਾ ਸੀਗਾ ਵੀ ਆਪਣੀ ਬਿਆਸ ਰਿਵਰ ਦਾ ਨਾਮ। ਇੱਦਾਂ ਤੁਸੀਂ ਬਾਕੀ ਸਾਰੀਆਂ ਦੇ ਨਾਮ ਵੀ ਜ਼ਰੂਰ ਯਾਦ ਰੱਖਣੇ, ਹੁਣੇ ਇਹਨਾਂ ਬਾਰੇ ਸਰਚ ਕਰੋ, ਇਹਨਾਂ ਨੂੰ ਯਾਦ ਕਰ ਲਓ। ਆ ਹੋਗੀ ਬਿਆਸ ਰਿਵਰ, ਇੱਦਾਂ ਹੀ ਆਪਣੀ ਸਤਲੁਜ, ਰਾਵੀ, ਜਿਹਲਮ, ਚਨਾਬ, ਇਹਨਾਂ ਸਾਰਿਆਂ ਦੇ ਤੁਸੀਂ ਨਾਮ ਯਾਦ ਰੱਖਣੇ, ਠੀਕ ਹੈ। ਓਕੇ ਆ ਵੀ ਅੱਗੇ ਚੱਲਦੇ ਹਾਂ ਵੀ ਆਪਾਂ। ਕਹਿੰਦਾ ਕਿ ਗ੍ਰੀਕ ਕਿੰਗ ਮਿਨਾਂਦਰ ਨੇ ਆਪਣੀ ਰਾਜਧਾਨੀ ਕਿੱਥੇ ਬਣਾਈ ਸੀਗੀ, ਠੀਕ ਹੈ। ਗ੍ਰੀਕ ਕਿੰਗ ਸੀਗਾ ਵੀ ਇੱਕ ਮਿਨਾਂਦਰ ਹੋਇਆ, ਇਹਨੇ ਆਪਣੀ ਰਾਜਧਾਨੀ ਵੀ ਸਿਆਲਕੋਟ ਵਾਲੇ ਇਲਾਕੇ ਦੇ ਵਿੱਚ ਬਣਾਈ ਸੀ, ਜਿਹੜਾ ਕਿ ਅੱਜ ਕੱਲ੍ਹ ਇਹ ਪਾਕਿਸਤਾਨ ਦੇ ਵਿੱਚ ਆ, ਠੀਕ ਆ। ਉਸ ਇਲਾਕੇ ਦੇ ਵਿੱਚ ਇਹਨੇ ਆਪਣੀ ਰਾਜਧਾਨੀ ਬਣਾਈ ਸੀਗੀ, ਠੀਕ ਹੈ। ਬਾਕੀ ਵੀ ਇਹਨਾਂ ਦੇ ਬਾਰੇ ਵੀ ਤੁਹਾਨੂੰ ਅਲੱਗ ਇਹਨਾਂ ਦੀ ਹਿਸਟਰੀ ਚੰਗੀ ਤਰ੍ਹਾਂ ਰੀਡ ਕਰਨੀ ਪੈਣੀ ਹੈ, ਤੁਹਾਨੂੰ ਡਿਟੇਲ ਦੇ ਵਿੱਚ ਫਿਰ ਹੀ ਜਾਣਕਾਰੀ ਹੋਊਗੀ ਵੀ ਇਹ ਰਾਜੇ ਕੌਣ ਸੀਗੇ, ਕਿਸ ਸਮੇਂ 'ਤੇ ਆਏ ਸੀਗੇ, ਠੀਕ ਹੈ। ਅੱਗੇ ਚੱਲਦੇ ਹਾਂ ਵੀ ਕਹਿੰਦਾ ਕਿ ਹਿੰਦੂ ਸ਼ਾਹੀ ਇੱਕ ਰਾਜਾ ਸੀਗਾ ਵੀ ਜੈਪਾਲਾ, ਇਹਨੇ ਇਹਨਾਂ ਦੇ ਵਿੱਚੋਂ ਕਿਹਦੇ ਖਿਲਾਫ ਯੁੱਧ ਕੀਤਾ ਸੀਗਾ, ਠੀਕ ਆ। ਇਹਨੇ ਵੀ ਮਹਿਮੂਦ ਗਜਨਵੀ ਦੇ ਨਾਲ ਇਹਨੇ ਕੀਤੀ ਸੀਗੀ ਵੀ ਲੜਾਈ, ਠੀਕ ਆ। ਤੇ ਇੱਕ ਬਾਅਦ ਦੇ ਵਿੱਚ ਵੀ ਸਨੋ ਸਟੋਰਮ ਯਾਨੀ ਕਿ ਬਰਫੀਲੇ ਤੂਫਾਨ ਕਰਕੇ ਇਹ ਬਾਅਦ ਦੇ ਵਿੱਚ ਹਾਰ ਗਿਆ ਸੀਗਾ ਉੱਥੇ ਆਉਣ ਕਰਕੇ, ਠੀਕ ਆ। ਇਹਨੇ ਮੁਹੰਮਦ ਗਜਨੀ ਦੇ ਨਾਲ ਲੜਾਈ ਕੀਤੀ ਸੀਗੀ, ਠੀਕ ਆ। ਅੱਗੇ ਚੱਲਦੇ ਹਾਂ। ਸੋ ਵੀ ਆਪਣੇ ਕੋਲ ਵੀ ਜਿਹੜੀ ਹੁਣ ਪ੍ਰੋਬਲਮ ਆ ਵੀ ਇਹ ਬਹੁਤ ਇੰਪੋਰਟੈਂਟ ਆ। ਕਹਿੰਦਾ ਕਿ ਵਿਚ ਵਨ ਅਮੰਗ ਦੀ ਫੋਲੋਇੰਗ ਡਿਸਟ੍ਰਿਕਟਸ ਆਫ ਦੀ ਸਟੇਟ ਪੰਜਾਬ ਹੈਜ਼ ਦੀ ਲਾਰਜੈਸਟ ਫੋਰੈਸਟ ਏਰੀਆ, ਇਹਨਾਂ ਵਿੱਚੋਂ ਵੀ ਸਭ ਤੋਂ ਜ਼ਿਆਦਾ ਫੋਰੈਸਟ ਏਰੀਆ ਕਿਹੜੀ ਡਿਸਟ੍ਰਿਕਟ ਦੇ ਵਿੱਚ ਆ ਪੰਜਾਬ ਦੀ। ਇਹ ਯਾਦ ਰੱਖਿਓ ਵੀ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਫੋਰੈਸਟ ਏਰੀਆ, ਇਸ ਤੋਂ ਬਾਅਦ 'ਚ ਰੂਪਨਗਰ ਹੁੰਦੀ ਆ, 3rd ਨੰਬਰ 'ਤੇ ਗੁਰਦਾਸਪੁਰ ਹੁੰਦੀ ਆ। ਤੇ ਪੰਜਾਬ ਸਾਰੇ ਦੇ ਵਿੱਚ ਅਪਰੋਕਸੀਮੇਟਲੀ 6.12% ਹੀ ਫੋਰੈਸਟ ਕਵਰ ਆ। ਤੇ ਆਪਣੇ ਭਾਰਤ ਦੇ ਵਿੱਚੋਂ ਵੀ ਜਿਹੜੀਆਂ ਸਭ ਤੋਂ ਲੋ ਫੋਰੈਸਟ ਕਵਰ ਵਾਲੀਆਂ ਸਟੇਟਾਂ ਦੇ ਵਿੱਚ ਆਉਂਦਾ ਪੰਜਾਬ। ਸੋ ਆਪਣੇ ਪੰਜਾਬ ਦੇ ਵਿੱਚ ਵੀ ਜੰਗਲੀ ਇਲਾਕਾ ਬਹੁਤ ਹੀ ਥੋੜ੍ਹਾ ਵਾ, ਤੇ ਉਹਨਾਂ ਦੇ ਵਿੱਚੋਂ ਜਿੰਨਾ ਕੁ ਵੀ ਹੈਗਾ ਚਲੋ ਸਭ ਤੋਂ ਜ਼ਿਆਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਠੀਕ ਆ। ਇਹ ਗੱਲ ਤੁਸੀਂ ਯਾਦ ਰੱਖਣੀ।
ਅੱਗੇ ਚੱਲਦੇ ਹਾਂ ਵੀ ਆਪਣਾ ਸੈਕਿੰਡ ਕੁਐਸਚਨ। ਇਸ ਤੋਂ ਅਗਲਾ ਜਿਹੜਾ ਕੁਐਸਚਨ ਆ ਕਹਿੰਦਾ ਕਿ ਰਾਜ ਸਭਾ ਦੀਆਂ ਕਿੰਨੀਆਂ ਸੀਟਸ ਪੰਜਾਬ ਨੂੰ ਐਲੋਕੇਟ ਕੀਤੀਆਂ ਹੋਈਆਂ। ਪੰਜਾਬ ਦੀਆਂ ਰਾਜ ਸਭਾ ਦੇ ਵਿੱਚ ਵੀ 7 ਸੀਟਸ ਆ ਜਿਹੜੀਆਂ ਇਸ ਟਾਈਮ ਕੇ 7 ਦੀਆਂ 7 ਹੀ ਫਿਲ ਹੋਈਆਂ ਵਾ, ਠੀਕ ਆ। ਮਤਲਬ ਕਿ ਰਾਜ ਸਭਾ ਵਿੱਚ ਪੰਜਾਬ ਵੱਲੋਂ ਵੀ 7 ਮੈਂਬਰ ਜਾਂਦੇ ਆ, ਠੀਕ ਆ। ਇਹ ਗੱਲ ਤੁਸੀਂ ਯਾਦ ਰੱਖਣੀ, ਓਕੇ ਆ ਵੀ। ਹੁਣ ਵੀ ਤੁਸੀਂ ਸਾਰਿਆਂ ਨੇ ਨੀਚੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਵੀ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਸ, ਠੀਕ ਆ। ਲੋਕ ਸਭਾ ਦੇ ਜਿਹੜੇ ਇਲੈਕਸ਼ਨ ਹੁੰਦੇ ਆ ਉੱਪਰਲੀ ਸਰਕਾਰ ਵਾਲੇ, ਜਿਹਦੇ ਨਾਲ ਆਪਣਾ ਕਿ ਪ੍ਰਧਾਨ ਮੰਤਰੀ ਚੁਣਿਆ ਜਾਂਦਾ, ਠੀਕ ਆ। ਤੇ ਉਹਦੇ ਲਈ ਲੋਕ ਸਭਾ ਦੀਆਂ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਹੁੰਦੀਆਂ, ਉਹ ਤੁਸੀਂ ਸਾਰਿਆਂ ਨੇ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ ਵੀ, ਠੀਕ ਆ। ਇਸ ਤੋਂ ਬਾਅਦ ਕਹਿੰਦਾ ਕਿ ਵਿਚ ਵਨ ਅਮੰਗ ਦੀ ਸੈਕਰਡ 5 ਤਖਤਸ ਆਫ ਦੀ 6 ਡਜ਼ ਨੋਟ ਲਾਈ ਇਨ ਦੀ ਸਟੇਟ ਆਫ ਪੰਜਾਬ। ਕਿਹੜਾ ਤਖਤ ਪੰਜਾਬ ਦੇ ਅੰਦਰ ਨਹੀਂ ਹੈਗਾ ਇਹਨਾਂ ਵਿੱਚੋਂ। ਇਹ ਆਈ ਥਿੰਕ ਸਭ ਨੂੰ ਜ਼ਰੂਰ ਯਾਦ ਹੋਊਗਾ ਵੀ ਸ਼੍ਰੀ ਹਜੂਰ ਸਾਹਿਬ, ਜੋ ਕਿ ਮਹਾਰਾਸ਼ਟਰ ਦੇ ਵਿੱਚ ਆ, ਇਹ ਵੀ ਆਪਣੇ ਪੰਜਾਬ 'ਚ ਨਹੀਂ ਹੈਗੇ। ਸੋ ਆਪਣਾ ਸੀ ਆਪਸ਼ਨ ਆ ਜਾਊਗਾ। ਇਸ ਤੋਂ ਇਲਾਵਾ ਵੀ ਜਿਹੜੇ ਕਿ ਇਹ ਤਖਤ ਸ਼੍ਰੀ ਪਟਨਾ ਸਾਹਿਬ, ਉਹ ਵੀ ਇਹ ਪੰਜਾਬ ਤੋਂ ਬਾਹਰ ਆ। ਸੋ ਇਹ ਰਲਾ ਕੇ ਵੀ ਟੋਟਲ ਆਪਣੇ ਕੋਲ ਬਣ ਜਾਂਦੇ ਆ 5, ਠੀਕ ਆ। ਇਹ ਤੁਸੀਂ ਜ਼ਰੂਰ ਯਾਦ ਰੱਖਣਾ, ਠੀਕ ਆ। ਬਾਕੀ ਸਾਰੇ ਦੇ ਸਾਰੇ ਵੀ ਪੰਜਾਬ ਦੇ ਵਿੱਚ ਹੀ ਆ। ਕੇਸਗੜ੍ਹ ਸਾਹਿਬ ਇਹਦੇ ਵਿੱਚ ਅਨੰਦਪੁਰ ਵਾਲਾ, ਠੀਕ ਆ। ਅਕਾਲ ਤਖਤ ਸਾਹਿਬ ਵੀ ਆਪਣੇ ਕੋਲ ਅੰਮ੍ਰਿਤਸਰ ਤੇ ਸ਼੍ਰੀ ਦਮਦਮਾ ਸਾਹਿਬ ਵੀ ਪੰਜਾਬ ਦੇ ਵਿੱਚ ਹੀ ਹੈ, ਠੀਕ ਹੈ। ਅੱਗੇ ਚੱਲਦੇ ਹਾਂ ਵੀ ਕਹਿੰਦਾ ਇਸਰੋ ਆ ਜਿਹੜੀ ਆਪਣੀ ਵੀ ਸਪੇਸ ਏਜੰਸੀ, ਠੀਕ ਆ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਇਹਦੇ ਸਭ ਤੋਂ ਪਹਿਲੇ ਚੇਅਰਮੈਨ ਕੌਣ ਸੀਗੇ ਵੀ, ਇਹ ਸੀਗੇ ਵੀ ਵਿਕਰਮ ਸਾਰਾਭਾਈ, ਠੀਕ ਹੈ। ਦੇਖੋ ਵੀ 1962 ਦੇ ਵਿੱਚ ਇੰਡੀਆ ਨੇ ਸਪੇਸ ਰਿਸਰਚ ਦੇ ਲਈ ਇੱਕ ਏਜੰਸੀ ਬਣਾਈ ਸੀਗੀ। ਉਹਦਾ ਪਹਿਲਾਂ ਕੁਝ ਹੋਰ ਨਾਮ ਰੱਖਿਆ ਗਿਆ ਸੀ, ਫਿਰ 1969 ਦੇ ਵਿੱਚ ਉਹਨਾਂ ਨੇ ਵਿਕਰਮ ਸਾਰਾਭਾਈ ਨੂੰ ਇਹਦਾ ਚੇਅਰਮੈਨ ਬਣਾਇਆ ਤੇ ਇਹਦਾ ਨਾਮ ਇਸਰੋ ਰੱਖ ਦਿੱਤਾ ਗਿਆ, ਠੀਕ ਆ। ਇਹ ਤੁਸੀਂ ਵੀ ਗੱਲ ਯਾਦ ਰੱਖਣੀ, ਠੀਕ ਆ। ਤੇ ਸ਼ੁਰੂ ਦੇ ਸਮੇਂ ਦੇ ਵਿੱਚ ਬਹੁਤ ਹੀ ਇਹਨਾਂ ਨੇ ਸੰਘਰਸ਼ ਕੀਤਾ ਤੇ ਬਹੁਤ ਹੀ ਵਧੀਆ ਮਤਲਬ ਕਿ ਆਪਣੇ ਇੰਡੀਆ ਦੇ ਲਈ ਇਹਨਾਂ ਨੇ ਰਿਸਰਚ ਕੀਤੀਆਂ ਤੇ ਅੱਜ ਆਪਣੀ ਵੀ ਇਸਰੋ ਜਿਹੜੀ ਏਜੰਸੀ ਆ ਉਹ ਸਭ ਤੋਂ ਉੱਪਰਲੀਆਂ ਏਜੰਸੀਆਂ ਦੇ ਵਿੱਚੋਂ ਇੱਕ ਆ ਚੁੱਕੀ ਹੈ। ਅੱਗੇ ਚੱਲਦੇ ਹਾਂ ਵੀ ਕਹਿੰਦੇ ਕਿ ਹੂ ਐਟ ਦਾ ਏਜ ਆਫ ਦੀ 53 ਹੈਜ਼ ਬਿਕਮ ਦੀ ਓਲਡੈਸਟ ਇੰਡੀਅਨ ਵੂਮਨ ਟੂ ਸਕੇਲ ਦੀ ਮਾਊਂਟ ਐਵਰੈਸਟ, ਠੀਕ ਆ। ਓਲਡੈਸਟ ਇੰਡੀਅਨ ਵੂਮਨ ਟੂ ਸਕੇਲ ਦੀ ਮਾਊਂਟ ਐਵਰੈਸਟ 53 ਈਅਰ ਦੀ ਉਮਰ ਦੇ ਵਿੱਚ ਉਹ ਸੀਗੇ ਵੀ ਸੰਗੀਤਾ ਸਿੰਧੀ ਬਹਿਲ, ਠੀਕ ਆ, ਜੋ ਕਿ ਜੰਮੂ ਕਸ਼ਮੀਰ ਦੇ ਨਾਲ ਰਿਲੇਟਡ ਆ ਇਹਨਾਂ ਦਾ ਬੈਕਗਰਾਊਂਡ। ਤੇ ਸੰਗੀਤਾ ਸਿੰਧੀ ਬਹਿਲ ਨੇ ਵੀ ਸਭ ਤੋਂ ਜ਼ਿਆਦਾ ਉਮਰ ਵਾਲੀ ਔਰਤ ਬਣੀ ਆ ਵੀ ਇੰਡੀਆ ਦੇ ਵਿੱਚੋਂ ਜਿਨ੍ਹਾਂ ਨੇ ਕਿ ਮਾਊਂਟ ਐਵਰੈਸਟ ਨੂੰ ਸਕੇਲ ਕੀਤਾ, ਠੀਕ ਹੈ। ਇਹ ਤੁਸੀਂ ਵੀ ਗੱਲ ਯਾਦ ਰੱਖਣੀ।